ਉਹ ਮੁੱਖ ਦੋਸ਼ੀ ਨੂੰ ਬਾਰ-ਬਾਰ ਪੈਰੋਲ ਤੇ ਲਿਆ ਕੇ ਤੇ ਵੋਟਾਂ ਦਾ ਲਾਹਾ ਲੈਣਾ, ਭਾਵੇਂ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਵੋਟਾਂ ਸੀ ਉਦੋਂ ਪੈਰੋਲ ਦਿੱਤੀ, ਭਾਵੇਂ ਹਰਿਆਣੇ ਦੇ ਵਿੱਚ ਇੱਕ ਬਾਈ ਇਲੈਕਸ਼ਨ ਸੀ ਉਦੋਂ ਦਿੱਤੀ, ਭਾਵੇਂ ਸੰਗਰੂਰ ਵਾਲਾ ਬਾਈ ਇਲੈਕਸ਼ਨ ਸੀ ਉਦੋਂ ਦਿੱਤੀ, ਤੇ ਭਾਵੇਂ ਹੁਣ ਜਲੰਧਰ ਵਾਲਾ ਇਲੈਕਸ਼ਨ ਹੈ ਹੁਣ ਫੇਰ ਪੈਰੋਲ ਦਿੱਤੀ ਹੈ। ਪਰ ਉਹ ਇਕੱਲੇ ਬਲਾਤਕਾਰ ਤੇ ਮਰਡਰ ਦਾ ਦੋਸ਼ੀ ਨਹੀਂ ਹੈ। ਸਭ ਤੋਂ ਵੱਡੀ ਗੱਲ ਆ ਕਿ ਉਹ ਜਿਹੜਾ ਬੇਅਦਬੀ ਦਾ ਚਲਾਨ ਪੇਸ਼ ਹੋਇਆ ਉਹਦਾ ਉਹ ਮੁੱਖ ਦੋਸ਼ੀ ਹੈ। ਇਹ ਐਸਜੀਪੀਸੀ ਨੇ ਖੁਦ ਮੁੱਦਾ ਚੁੱਕਿਆ ਸੀ। ਕੀ ਚੁੱਕਿਆ ਸੀ ਕਿ ਜਿਹੜੇ ਆਡਿਟ ਏਜੰਸੀ ਕਰਦੀ ਸੀ ਉਹਨੇ ਕਿਹਾ ਕਿ 328 ਸਰੂਪਾਂ ਦੇ ਪੈਸੇ ਜਮ੍ਹਾਂ ਨਹੀਂ ਹੋਏ। ਕਿਤੇ ਸਰੂਪ ਗੁੰਮਿਆਂ ਦੀ ਤਾਂ ਗੱਲ ਹੀ ਨਹੀਂ ਸੀ, ਤਾਂ ਸਾਡੇ ਵਿਰੋਧੀ ਬਣਾ ਲੈਂਦੇ ਆ। 328 ਸਰੂਪਾਂ ਦੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਤੇ ਲਿਖਤੀ ਮਾਫੀ ਮੰਗੀ। ਐਸਜੀਪੀਸੀ ਨੇ ਉਹਨਾਂ ਨੇ ਨੌਕਰੀ ਤੋਂ ਡਿਸਮਿਸ ਕਰਤਾ। ਜੇ ਬੇਅਦਬੀ ਦਾ ਜਿੰਨ ਜਿਹੜਾ ਸੀਗਾ ਬਣਾਇਆ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ ਕਿ ਰਾਮ ਰਹੀਮ ਉਹਦਾ ਦੋਸ਼ੀ ਹੈ, ਦੋਸ਼ੀ ਲਿਸਟ 'ਚ ਹੈ, ਤੇ ਬੀਜੇਪੀ ਉਹਨੂੰ ਪੈਰੋਲ ਦਿੰਦੀ ਹੈ। ਔਰ ਪੰਜਾਬ ਦੀ ਸਰਕਾਰ ਨੇ 7 ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਜਿਹੜੇ ਸਲਾਬਤਪੁਰੇ ਤੋਂ ਕੰਮ ਸ਼ੁਰੂ ਹੋਇਆ ਸੀ ਉੱਥੇ ਹੀ ਜਿਹੜਾ ਹੈਗਾ ਸਮਾਗਮ ਕਰਾਇਆ। ਇੱਕ ਵੱਡੀ ਗੱਲ ਹੈ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ। ਸ਼ਾਇਦ ਮੈਂ ਇੱਕ ਬੇਨਤੀ ਕਰਾਂ ਕਿ ਸਾਡੀ ਬਦਕਿਸਮਤੀ ਕੀ ਹੈ ਕਿ ਅਕਾਲੀ ਦਲ ਨੂੰ ਗਾਲਾਂ ਹੀ ਕੱਢੀ ਜਾਂਦੇ ਆ, ਸਾਰੇ ਗਾਲਾਂ ਹੀ ਕੱਢੀ ਜਾਂਦੇ ਆ, ਤੇ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ ਹੈ। ਭਾਈ ਰਾਜੋਆਣਾ ਸਾਹਿਬ ਨੇ ਆਪਦੀ ਅਰਜ਼ੀ ਤੇ ਦਸਤਖਤ ਨਹੀਂ ਕੀਤੇ। ਉਹ ਕਹਿੰਦੇ ਮੈਂ ਕੋਈ ਦਸਤਖਤ ਨਹੀਂ ਕਰਨੇ, ਨਾ ਮੈਂ ਕੋਈ ਅਪੀਲ ਕਰਨੀ ਹੈ, ਮੈਨੂੰ ਫਾਂਸੀ ਦਿਓ। ਐਸਜੀਪੀਸੀ ਦੇ ਪ੍ਰਧਾਨ ਤੋਂ ਅਸੀਂ ਕਲੈਮਸੀ ਇੱਕ ਪਟੀਸ਼ਨ ਹੁੰਦੀ ਹੈ, ਕਿਉਂਕਿ ਦੂਜਾ ਬੰਦਾ ਜਦੋਂ ਦੂਜੀ ਥਾਂ ਤੇ ਪਟੀਸ਼ਨ ਕਰਦਾ ਤੇ ਉਹਨੂੰ ਕਲੈਮਸੀ ਪਟੀਸ਼ਨ ਬੋਲਦੇ ਆ। ਉਹ ਰਾਸ਼ਟਰਪਤੀ ਕੋਲੇ ਕੀਤੀ, ਰਾਸ਼ਟਰਪਤੀ ਨੇ ਉਹ ਫਾਂਸੀ ਦੇ ਉੱਤੇ ਰੋਕ ਲਾਈ। ਸ਼ੇਖਾਵਤ ਸਾਹਿਬ ਤੁਸੀਂ ਛੱਡ ਰਹੇ ਹੋ ਰਾਮ ਰਹੀਮ ਨੂੰ। ਆਮ ਆਦਮੀ ਪਾਰਟੀ ਤਾਂ ਦਿੱਲੀ 'ਚ ਨਹੀਂ ਛੱਡ ਰਹੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ, ਤੇ ਪੰਜਾਬ 'ਚ ਨਹੀਂ ਛੱਡ ਰਹੀ। ਇੱਕ ਲੁਧਿਆਣੇ ਦਾ ਜਿਹੜਾ ਕੇਸ ਹੈਗਾ ਉਹਦੇ 'ਚ ਜਾਂ ਜਿੱਥੇ ਵੀ ਹੋਏ ਆ, ਤੇ ਜਿਹੜੇ ਭਾਰਤੀ ਜਨਤਾ ਪਾਰਟੀ ਥੱਲੇ ਤੁਹਾਡਾ ਯੂਟੀ 'ਚ ਬੈਠੇ ਆ ਜਾਂ ਹਰਿਆਣੇ 'ਚ ਜਿਹੜੇ ਕੇਸ ਹੈਗੇ ਆ ਉਹ ਕਿਹਨੇ ਛੱਡਣੇ ਆ? ਤੁਸੀਂ ਛੱਡਣੇ ਆ। ਇਸ ਕਰਕੇ ਬਦਕਿਸਮਤੀ ਸਾਡੇ ਸਿੱਖਾਂ ਦੀ ਮੈਂ ਖਾਸ ਕਰਕੇ ਕਹੂੰਗਾ ਕਿ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾਈ ਜਾਂਦੇ ਆ, ਤੇ ਜਿਹਦੇ ਵੱਲ ਨੂੰ ਅਸੀਂ ਲੜਾਈ ਵਿੱਢਣੀ ਆ ਉਧਰ ਨੂੰ ਵਿੱਢਦੇ ਨੇਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ। ਲਗਾਤਾਰ ਹਰ ਪਾਰਟੀ ਹੁਣ ਪੰਜਾਬ ਦੀਆਂ ਚੋਣਾਂ ਉੱਤੇ ਨਜ਼ਰ ਰੱਖੇ ਹੋਏ ਆ, ਕਿਉਂਕਿ 2024 ਦੇ ਵਿੱਚ ਇੱਕ ਵਾਰ ਫੇਰ ਮੌਕਾ ਮਿਲਣਾ ਹੈ। ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਮਜ਼ਬੂਤੀ ਦੀ ਲੱਗਿਆ ਹੋਇਆ। ਬਹੁਜਨ ਸਮਾਜ ਪਾਰਟੀ ਦੇ ਨਾਲ ਮੁਲਾਕਾਤਾਂ ਹੋ ਰਹੀਆਂ ਤੇ ਬਹੁਜਨ ਸਮਾਜ ਪਾਰਟੀ ਨਾਲ ਇੱਕ ਹੋ ਕੇ ਲੜਨ ਦੀਆਂ ਤਿਆਰੀਆਂ ਵੀ ਨੇ। ਉੱਥੇ ਹੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਅਕਾਲੀ ਦਲ ਨੂੰ ਭੰਡਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੀ, ਚਾਹੇ ਉਹ ਜਲੰਧਰ ਦੀਆਂ ਚੋਣਾਂ ਦੀ ਗੱਲ ਹੋਵੇ, ਚਾਹੇ ਉਹ ਕੋਈ ਹੋਰ। ਤਮਾਮ ਮੁੱਦੇ 'ਤੇ ਚਰਚਾ ਕਰਾਂਗੇ ਤੇ ਸਾਡੇ ਨਾਲ ਮੌਜੂਦ ਨੇ ਚਰਨਜੀਤ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਸਪੋਕਸਪਰਸਨ ਨੇ ਤੇ ਮੀਡੀਆ ਕੋਆਰਡੀਨੇਟਰ ਨੇ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਬਰਾੜ ਸਾਹਿਬ, ਹੁਣ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨਾਲ ਮੁਲਾਕਾਤਾਂ ਕਰ ਰਿਹਾ ਆ। ਖੁਦ ਜਿਹੜਾ ਮਾਇਆਵਤੀ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕਰਦੇ ਨੇ, ਸੁਖਬੀਰ ਸਿੰਘ ਬਾਦਲ ਵੀ ਪਹੁੰਚਦੇ ਨੇ। ਕਿਸ ਤਰੀਕੇ ਨਾਲ ਮਜ਼ਬੂਤੀ ਦੇਖੋਗੇ? ਕਿਉਂਕਿ ਬਹੁਜਨ ਸਮਾਜ ਪਾਰਟੀ ਤਾਂ ਪਹਿਲੇ ਹੀ ਪੰਜਾਬ ਦੇ ਵਿੱਚ ਪੂਰੀ ਮਜ਼ਬੂਤੀ 'ਚ ਨਜ਼ਰ ਨਹੀਂ ਆਉਂਦੀ, ਉਹਨਾਂ ਦੇ ਆਪਣੇ ਪੈਰ ਨਹੀਂ ਲੱਗਦੇ, ਤੇ ਫਿਰ ਅਕਾਲੀ ਦਲ ਉਹਨਾਂ ਨਾਲ ਜਿਹੜਾ ਜੁੜ ਕੇ ਹੁਣ ਇਲੈਕਸ਼ਨ ਦੀ ਤਿਆਰੀਆਂ ਕਰ ਰਿਹਾ। ਦੇਖੋ, ਇੱਕ ਗੱਲ ਹੈ ਕਿ ਪਿਛਲੇ ਦਿਨਾਂ 'ਚ ਕੁਮਾਰੀ ਭੈਣ ਮਾਇਆਵਤੀ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਸਾਰੇ ਦੇਸ਼ 'ਚ ਚੋਣਾਂ ਜਿਹੜੀਆਂ ਅਸੀਂ ਅਲੱਗ ਲੜਾਂਗੇ। ਹਾਲਾਂਕਿ ਉਹਦੇ 'ਚ ਵੀ ਪੰਜਾਬ ਦਾ ਜ਼ਿਕਰ ਉਹਨਾਂ ਨੇ ਕੀਤਾ ਸੀ ਕਿ ਪੰਜਾਬ ਤੋਂ ਇਲਾਵਾ ਕਿਤੇ ਵੋਟ ਜਿਹੜੀ ਹੈ ਡਾਈਵਰਟ ਨਹੀਂ ਹੋਈ। ਉੱਥੋਂ ਜਿਹੜੇ ਸਾਡੇ ਕਹਿ ਲਈਏ ਕਿ ਆਪਣੇ ਆਪ ਅਰਥ ਕੱਢਣ ਵਾਲੇ ਕਈ ਦੂਜੇ ਪੱਤਰਕਾਰ ਵੀਰ ਨੇ ਜਾਂ ਕਈ ਮੀਡੀਆ ਹਾਊਸਿਸ ਨੇ, ਉਹਨਾਂ ਨੇ ਬੜੇ ਵਧਾ ਚੜ੍ਹਾ ਕੇ ਬਿਆਨ ਪੇਸ਼ ਕਰਤੇ ਸੀਗੇ ਕਿ ਜਿਹੜਾ ਹੈਗਾ ਅਕਾਲੀ ਦਲ ਦੇ ਨਾਲ ਜੇ ਬੀਐਸਪੀ ਵੀ ਨਹੀਂ ਰਹੂਗੀ ਸ਼ਾਇਦ ਇਹਨਾਂ ਦਾ ਰਾਹ ਹੋਰ ਤੰਗ ਹੋਊ। ਬੜੇ ਤੰਜ ਲਿਖੇ, ਭਾਵੇਂ ਦੋਨੋਂ ਪਾਰਟੀਆਂ ਵੱਲੋਂ ਉਹਦਾ ਸਪਸ਼ਟੀਕਰਨ ਵੀ ਆ ਗਿਆ, ਪਰ ਹਲੇ ਵੀ ਜਿਹੜੇ ਕਾਲਮ ਲਵੀਸ ਨੇ ਕੁਛ ਨਾ ਕੋਈ ਭੰਬਲ ਭੂਸਾ ਪਾਈ ਰੱਖਦੇ ਸੀ। ਜਿਸ ਕਰਕੇ ਕੁਮਾਰੀ ਭੈਣ ਮਾਇਆਵਤੀ ਜੀ ਨੇ ਕੱਲ੍ਹ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਘਰ ਬੁਲਾਇਆ ਸੀ, ਔਰ ਜਿੱਥੇ ਬੈਠ ਕੇ ਇੱਕ ਇਨਫੋਰਮਲ ਗੱਲਾਂ ਬਾਤਾਂ ਹੋਈਆਂ, ਉੱਥੇ ਫਾਰਮਲੀ ਜਿਹੜੀ ਇਹ ਕਹਿ ਲਈਏ ਕਿ ਪਾਰਟੀ ਦੀ ਰਣਨੀਤੀ ਤੇ ਆਉਣ ਵਾਲੇ ਇਲੈਕਸ਼ਨ ਦੀ ਜਿਹੜੀ ਹੈ ਖੁੱਲ੍ਹ ਕੇ ਚਰਚਾ ਹੋਈ, ਜਿਹਦੇ ਵਿੱਚ ਉਹਨਾਂ ਨੇ ਆਪਣੇ ਟਵੀਟ ਤੇ ਪ੍ਰੈਸ ਨੋਟ ਰਾਹੀਂ ਜਿਹੜਾ ਹੈਗਾ ਸਪਸ਼ਟ ਕੀਤਾ ਕਿ ਪੰਜਾਬ ਦੇ ਵਿੱਚ ਦੋਨੋਂ ਪਾਰਟੀਆਂ ਦਾ ਗੱਠਜੋੜ ਜਿਹੜਾ ਹੈ ਉਹ ਚੱਲੂਗਾ। ਇੱਕ ਗੱਲ। ਦੂਜੀ ਗੱਲ, ਜਿਹੜਾ ਤੁਸੀਂ ਕਿਹਾ ਕਿ ਬੀਐਸਪੀ ਨਾਲ ਬਹੁਤਾ ਮਜ਼ਬੂਤ ਜਾਂ ਕੋਈ ਦੇਖਿਆ ਨਹੀਂ, ਇਹ ਠੀਕ ਗੱਲ ਤੁਸੀਂ ਕਹੀ ਹੈ ਕਿ 2022 ਦੇ ਵਿੱਚ ਜਿਹੜਾ ਰਿਜ਼ਲਟ ਸੀ ਉਹ ਕੋਈ ਬਿਹਤਰ ਨਹੀਂ ਆਇਆ। ਪਰ ਮੈਂ ਇੱਕ ਬੇਨਤੀ ਕਰਾਂ ਕਿ 2022 ਦੇ ਰਿਜ਼ਲਟ ਨੂੰ ਤੁਸੀਂ 1999 ਦੇ ਰਿਜ਼ਲਟ ਨਾਲ ਦੇਖ ਸਕਦੇ ਹੋ, ਕਿਉਂਕਿ ਪੰਜਾਬ ਵਿੱਚ 35-40 ਸਾਲ ਬਾਅਦ
ਇੱਕ ਜ਼ਰੂਰ ਐਸਾ ਗੇੜ ਹਮੇਸ਼ਾ ਆਇਆ ਹੈ ਕਿ ਸਾਰੇ ਕੁਝ ਨੂੰ ਫੇਰ ਬਦਲ ਕਰ ਦਿੰਦਾ, ਔਰ ਬਦਲਾਅ ਦੇ ਚੱਕਰ 'ਚ ਪੰਜਾਬੀਆਂ ਨੇ ਬਾਕੀ ਪਾਰਟੀਆਂ ਨੂੰ ਤੱਕ ਕੇ ਬਿਲਕੁਲ ਪਾਸੇ ਕਰਤਾ, ਔਰ ਬੜਾ ਵੱਡਾ ਮੈਂਡੇਟ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ। ਪਰ ਉਨਾਂ ਹੀ ਪੰਜਾਬੀਆਂ ਨੇ ਜਦੋਂ ਇਲੈਕਸ਼ਨ ਤੋਂ ਬਾਅਦ 3 ਸਾਢੇ 3 ਜਾਂ 4 ਮਹੀਨੇ ਦੇ ਵਿੱਚ ਜਿਹੜੀ ਲੋਕ ਸਭਾ ਸੰਗਰੂਰ ਇਲੈਕਸ਼ਨ ਆਈ ਸੀ, ਤੇ ਉਹ ਫਿਰ ਆਮ ਆਦਮੀ ਪਾਰਟੀ ਨੂੰ ਹਰਾ ਵੀ ਦਿੱਤਾ ਸੀ। ਇਸ ਕਰਕੇ ਬਹੁਜਨ ਸਮਾਜ ਪਾਰਟੀ ਦਾ ਦੁਆਬੇ ਦੇ ਵਿੱਚ ਬਹੁਤ ਵੱਡਾ ਗੜ੍ਹ ਹੈ। ਜੇ ਆਪਾਂ ਪਿਛਲੇ ਮੈਂਬਰ ਪਾਰਲੀਮੈਂਟ ਦਾ ਰਿਜ਼ਲਟ ਦੇਖੀਏ ਤੇ ਅਕਾਲੀ ਦਲ ਨੇ ਸਿਰਫ 19,000 ਵੋਟਾਂ ਤੇ ਲੂਜ਼ ਕੀਤਾ ਸੀ, ਔਰ ਕੱਲੇ ਬਹੁਜਨ ਸਮਾਜ ਪਾਰਟੀ ਨੇ 2,10,000 ਦੇ ਕਰੀਬ ਵੋਟਾਂ ਹਾਸਲ ਕੀਤੀਆਂ ਸੀ। ਇਸ ਕਰਕੇ ਜਿਹੜਾ 22 ਦਾ ਇਲੈਕਸ਼ਨ ਸੀ ਉਹ ਤਾਂ ਇੱਕ ਹਨੇਰੀ ਨਹੀਂ, ਮੈਂ ਕਹੂੰਗਾ ਤੂਫਾਨ ਸੀ, ਭੁਚਾਲ ਸੀ, ਉਹਦੇ 'ਚ ਤਾਂ ਜੋ ਮੂਹਰੇ ਆਇਆ ਸਮਝ ਲਓ ਰਗੜਿਆ ਗਿਆ। ਪਰ ਇਸ ਵਾਰੀ ਹਾਲਾਤ ਜਿਹੜੇ ਆ ਉਹ ਬਦਲੇ ਹੋਏ ਆ। ਆਮ ਆਦਮੀ ਪਾਰਟੀ ਨੇ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ 'ਚੋਂ ਕਿੰਨੀਆਂ ਕੁ ਧਰਤੀ ਤੇ ਲਾਗੂ ਆ, ਕਿੰਨੀਆਂ ਕੁ ਦਾ ਲੋਕਾਂ ਨੂੰ ਲਾਭ ਮਿਲ ਰਿਹਾ, ਇਹ ਜਲੰਧਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਕੁਛ ਨਾ ਕੁਛ ਰਿਜ਼ਲਟ ਜ਼ਰੂਰ ਦੱਸਣਗੀਆਂ। ਡਾਕਟਰ ਸਾਹਿਬ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਇੱਕ ਹਨੇਰੀ ਸੀਗੀ ਉਹ ਆਈ ਤੇ ਬਦਲ ਗਿਆ, ਪਰ ਕਿਤੇ ਹੁਣ ਉਸ ਦੇ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਨਜ਼ਰ ਆਉਂਦੀ ਹੈ, ਕਿਉਂਕਿ ਲਗਾਤਾਰ ਅਕਾਲੀ ਦਲ ਦੇ ਸਾਥੀ ਨੇ ਉਹ ਵੱਖਰਾ ਰਾਗ ਅਲਾਪਦੇ ਨਜ਼ਰ ਆ ਰਹੇ ਨੇ, ਜਾਂ ਕਿ ਟੁੱਟ ਕੇ ਆਪਣੀਆਂ ਵੱਖਰੀਆਂ ਕਮੇਟੀਆਂ ਬਣ ਰਹੀਆਂ ਨੇ। ਢੀਂਡਸਾ ਗਰੁੱਪ ਦੇਖ ਲਓ, ਉਹਨਾਂ ਦੇ ਵਿੱਚ ਜਾ ਕੇ ਜਗੀਰ ਕੌਰ ਰਲਦੇ ਨੇ ਤੇ ਹੋਰ ਤਮਾਮ ਇਕੱਠੇ ਹੁੰਦੇ ਨੇ, ਫਿਰ ਕਿੱਥੇ ਮਜ਼ਬੂਤੀ ਨਜ਼ਰ ਆਉਂਦੀ? ਮੇਰੀ ਇੱਕ ਬੇਨਤੀ ਹੈ, ਇੱਕ ਤਾਂ ਸਾਰੇ ਪੱਤਰਕਾਰ ਵੀਰ ਨਾ ਗਲਤ ਪੇਸ਼ਾਕਾਰੀ ਕਰਦੇ, ਜਿਵੇਂ ਹੁਣ ਤੁਸੀਂ ਪਹਿਲੀ ਲਾਈਨ 'ਚ ਕੀਤੀ। ਢੀਂਡਸਾ ਸਾਹਿਬ ਤਾਂ ਸਾਡੇ ਨਾਲ ਪਿਛਲੇ ਇਲੈਕਸ਼ਨ 'ਚ ਵੀ ਹੈ ਨਹੀਂ ਸੀ, ਉਹ ਬਹੁਤ ਬੀਜੇਪੀ ਨਾਲ ਜਾ ਕੇ ਇਲੈਕਸ਼ਨ ਲੜੇ ਆ। ਇੱਕ ਗੱਲ, ਬੀਬੀ ਜਗੀਰ ਕੌਰ ਸਾਡੇ ਨਾਲ ਟੁੱਟੇ ਨੇ ਜ਼ਰੂਰ, ਇੱਕ ਕੋਈ ਲੀਡਰ ਟੁੱਟਦੇ ਰਹਿੰਦੇ ਆ, ਕੋਈ ਜੁੜਦੇ ਰਹਿੰਦੇ ਆ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜੁੜਦਿਆਂ ਦੀਆਂ ਖਬਰਾਂ ਵੀ ਜਿਹੜੀਆਂ ਹੈਗੀਆਂ ਜ਼ਰੂਰ ਮਿਲਣਗੀਆਂ। ਦੇਖੋ, ਇਹ ਟੁੱਟਾਂ ਭੱਜਾਂ ਹਰੇਕ ਪਾਰਟੀ 'ਚ ਹੁੰਦੀਆਂ ਰਹਿੰਦੀਆਂ। ਇਹ ਕੋਈ, ਮੈਂ ਸਮਝਦਾ ਕਿ ਕਦੇ ਵੀ ਨਾ ਇਹ ਵਰਤਾਰਾ ਰੁਕਿਆ ਨਾ ਰੁਕਣਾ ਹੈ। ਇੱਕ ਵੋਟਰ ਕਨਫਿਊਜ਼ ਨਹੀਂ ਹੁੰਦਾ ਨਾ, ਕੋਈ ਵੋਟਰ ਕਿਤੇ ਕਦੇ ਕਨਫਿਊਜ਼ ਨਹੀਂ ਹੁੰਦਾ। ਇਹ ਲੀਡਰ ਹੀ ਆ ਜਿਹੜੇ ਭੰਬਲ ਭੂਸਾ ਪਾਉਂਦੇ ਆ, ਵੋਟਰ ਕਦੇ ਕਨਫਿਊਜ਼ ਨਹੀਂ ਹੁੰਦਾ। ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ, ਇਸ ਕਰਕੇ ਜਿਹੜਾ ਖਾਸ ਤੌਰ ਤੇ ਜਦੋਂ 2022 ਦਾ ਰਿਜ਼ਲਟ ਸੀ ਉਹ ਤਾਂ ਇੱਕ ਵੱਖਰਾ, ਮੈਂ ਪਹਿਲਾਂ ਹੀ ਆਂਕ ਚੁੱਕਿਆ। ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੈ, ਇਹ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਕਰੋ ਜਾਂ ਮਰੋ ਦੀ ਨੀਤੀ ਨਾਲ ਲੜੇਗਾ, ਔਰ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਕਿ ਬਹੁਤ ਬਿਹਤਰ ਰਿਜ਼ਲਟ ਜਿਹੜੇ ਆ ਉਹ ਲੋਕਾਂ ਸਾਹਮਣੇ ਪੇਸ਼ ਹੋਣਗੇ। ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਵੈਸੇ ਤਾਂ ਬੀਜੇਪੀ ਹੈਗੀ ਆ, ਬੀਜੇਪੀ ਵੀ ਕੋਸ਼ਿਸ਼ਾਂ 'ਚ ਲੱਗੀ ਹੋਈ ਆ ਲਗਾਤਾਰ, ਖਾਸ ਕਰਕੇ ਸਿੱਖ ਲੀਡਰਾਂ ਨੂੰ ਖਿੱਚਿਆ ਜਾ ਰਿਹਾ, ਕੋਈ ਵੀ ਪਾਰਟੀ ਦਾ ਹੋਵੇ। ਮਨਪ੍ਰੀਤ ਬਾਦਲ ਪਿੱਛੇ ਜੇ ਉਹ ਵੀ ਚਲੇ ਜਾਂਦੇ ਨੇ ਤੇ ਤਮਾਮ ਹੋਰ ਲੀਡਰਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਸੀਟਾਂ ਦਿੱਤੀਆਂ ਜਾ ਰਹੀਆਂ ਨੇ। ਲੱਗਦਾ ਕਿ ਬੀਜੇਪੀ ਵੀ ਹਾਵੀ ਹੋਣ ਦੀ ਕੋਸ਼ਿਸ਼ ਪੂਰੀ ਤਰ੍ਹਾਂ ਰੱਖੇਗੀ ਆਪਣੀ ਜਗ੍ਹਾ। ਦੇਖੋ, ਹਰ ਪਾਰਟੀ ਜਿਹੜੀ ਹੁੰਦੀ ਹੈ ਉਹ ਆਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਕਈ ਵਾਰੀ ਜਿਹੜੀਆਂ ਇੱਕ ਅੱਧੀ ਗਲਤੀ ਹੈ ਉਹ ਪਾਰਟੀ ਨੂੰ ਬੈਕਫੁੱਟ ਤੇ ਲੈ ਜਾਂਦੀ ਹੈ। ਇਸ ਕਰਕੇ ਮੈਂ ਇੱਕ ਗੱਲ ਕਹਾਂ ਕਿ ਭਾਰਤੀ ਜਨਤਾ ਪਾਰਟੀ ਨੇ, ਜੇ ਤੁਸੀਂ ਅਸਲੀ ਭਾਰਤੀ ਜਨਤਾ ਪਾਰਟੀ ਦਾ ਸਰੂਪ ਤੁਸੀਂ ਦੇਖੋ ਤੇ ਉਹ ਤਾਂ ਇਹ ਲੱਗਦਾ ਹੁਣ ਜਿਵੇਂ ਕਾਂਗਰਸੀ ਬੀਜੇਪੀ ਹੋ ਗਈ ਹੁੰਦੀ ਹੈ। ਪਹਿਲੀ ਗੱਲ ਤਾਂ ਕਿਉਂਕਿ ਜਿੰਨੇ ਕਾਂਗਰਸ ਦੇ ਲੀਡਰ ਹੈ ਉਹ ਫਰੰਟ ਤੇ ਆ ਗਏ ਨੇ। ਜਿਹੜੇ ਪੁਰਾਣੇ ਬੀਜੇਪੀ ਦੇ ਅਸਲੀ ਲੀਡਰ ਹੈ, ਭਾਵੇਂ ਮਤਲਬ ਜਿਨ੍ਹਾਂ ਦੇ ਮੈਂ ਨਾਵਾਂ 'ਚ ਨਹੀਂ ਪੈਂਦਾ, ਕਿਸੇ ਨੂੰ ਮੈਂ ਛੋਟਾ ਨਹੀਂ ਕਰੂੰਗਾ, ਪਰ ਉਹ ਸਾਰੇ ਦੇ ਸਾਰੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਆ ਤੇ ਸਾਰੇ ਕਾਂਗਰਸੀ ਫੇਸ ਜਿਹੜੇ ਆ ਉਹ ਬਣ ਗਏ ਆ। ਪਹਿਲੀ ਗੱਲ ਤਾਂ ਇਹ ਹੈ। ਤੇ ਕਾਂਗਰਸ ਪਿਛਲੇ 5 ਸਾਲਾਂ ਦੇ ਵਿੱਚ ਸੱਤਾ ਦੇ ਵਿੱਚ ਰਹੀ ਹੈ, ਜੋ ਲੋਕਾਂ ਨਾਲ ਵਾਅਦੇ ਕੀਤੇ ਗੁਟਕਾ ਸਾਹਿਬ ਹੱਥ 'ਚ ਫੜ ਕੇ, ਉਹ ਕੋਈ ਪੂਰਾ ਨਹੀਂ ਹੋਇਆ। ਇਸ ਕਰਕੇ ਪਹਿਲੀ ਗੱਲ ਤਾਂ ਲੋਕਾਂ ਦੇ ਵਿੱਚ ਸ਼ੱਕੀ ਕਿਸਮ ਦਾ ਕਿਰਦਾਰ ਬੀਜੇਪੀ ਦਾ ਜਿਹੜਾ ਅਸਲੀ ਹੁੰਦਾ ਸੀ ਉਹ ਹੋ ਗਿਆ। ਦੂਜਾ ਸਭ ਤੋਂ ਬਾਅਦ ਜੇ ਪਿਛਲੇ ਦਿਨਾਂ ਦਾ ਤੁਸੀਂ ਘਟਨਾ ਚੱਕਰ ਦੇਖੋ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਵਰਤਾਰਾ ਇਹ ਵਾਪਰਿਆ ਕਿ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਬੁਰੇ ਹਾਰ ਝੱਲਣੀ ਪਈ, ਬੇਅਦਬੀ ਦਾ ਮੁੱਦਾ ਸੀ ਜਾਂ ਦੂਸਰਾ ਤੁਸੀਂ ਕਹਿ ਲਓ ਕਿ ਨਸ਼ਿਆਂ ਦਾ ਮੁੱਦਾ ਸੀ। ਦੋ ਹੀ ਮੁੱਦੇ ਸੀ ਜਿਹੜੇ ਸਾਡੇ ਵਿਰੋਧੀ ਪਾਰਟੀਆਂ ਸਾਰੀਆਂ ਹੀ ਭੰਡਦੀਆਂ ਰਹੀਆਂ। ਅੱਜ ਬੇਅਦਬੀ ਦੇ ਮੁੱਖ ਦੋਸ਼ੀ ਜਿਹੜਾ ਰਾਮ ਰਹੀਮ ਹੈਗਾ, ਉਹ ਮੁੱਖ ਦੋਸ਼ੀ ਨੂੰ ਬਾਰ-ਬਾਰ ਪੈਰੋਲ ਤੇ ਲਿਆ ਕੇ ਤੇ ਵੋਟਾਂ ਦਾ ਲਾਹਾ ਲੈਣਾ, ਭਾਵੇਂ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਵੋਟਾਂ ਸੀ ਉਦੋਂ ਪੈਰੋਲ ਦਿੱਤੀ, ਭਾਵੇਂ ਹਰਿਆਣੇ ਦੇ ਵਿੱਚ ਇੱਕ ਬਾਈ ਇਲੈਕਸ਼ਨ ਸੀ ਉਦੋਂ ਦਿੱਤੀ, ਭਾਵੇਂ ਸੰਗਰੂਰ ਵਾਲਾ ਬਾਈ ਇਲੈਕਸ਼ਨ ਸੀ ਉਦੋਂ ਦਿੱਤੀ, ਤੇ ਭਾਵੇਂ ਹੁਣ ਜਲੰਧਰ ਵਾਲਾ ਇਲੈਕਸ਼ਨ ਹੈ ਹੁਣ ਫੇਰ ਪੈਰੋਲ ਦਿੱਤੀ ਹੈ। ਪਰ ਉਹ ਇਕੱਲੇ ਬਲਾਤਕਾਰ ਤੇ ਮਰਡਰ ਦਾ ਦੋਸ਼ੀ ਨਹੀਂ ਹੈ। ਸਭ ਤੋਂ ਵੱਡੀ ਗੱਲ ਆ ਕਿ ਉਹ ਜਿਹੜਾ ਬੇਅਦਬੀ ਦਾ ਚਲਾਨ ਪੇਸ਼ ਹੋਇਆ ਉਹਦਾ ਉਹ ਮੁੱਖ ਦੋਸ਼ੀ ਹੈ। ਸਾਡੀ ਤਾਂ ਸਿਰਫ ਸਰਕਾਰ ਸਮੇਂ ਹੋਇਆ ਤੇ ਲੋਕਾਂ ਨੇ ਧਰਤੀ 'ਚ ਗੱਡਤਾ ਸਾਨੂੰ ਕਿ ਇਹਨਾਂ ਦੀ ਸਰਕਾਰ ਸਮੇਂ ਹੋਇਆ ਇਹ ਕੇਸ, ਤੇ ਲੋਕਾਂ ਨੇ ਇੰਨਾ ਗੁੱਸਾ ਸਾਡੇ ਖਿਲਾਫ ਕੱਢਿਆ। ਅੱਜ ਭਾਰਤੀ ਜਨਤਾ ਪਾਰਟੀ ਜਿਸ ਕਿਸਮ ਨਾਲ ਉਹਨੂੰ ਗੋਦੀ ਚੱਕੀ ਫਿਰਦੀ ਹੈ, ਜਿਸ ਕਿਸਮ ਨਾਲ ਉਹਨੂੰ ਪ੍ਰੋਟੈਕਟ ਕਰ ਰਹੀ ਹੈ, ਉੱਤੇ ਇਹ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਪਿੰਡਾਂ ਦੇ ਵਿੱਚ ਕਿਤੇ ਕੋਈ ਪੈਰ ਲੱਗਣਗੇ। ਕਿਉਂਕਿ ਬੇਅਦਬੀ ਦਾ ਮੁੱਦਾ ਜਿਹੜਾ ਸੀਗਾ ਉਹ ਇਕੱਲੇ ਇਹ ਨਹੀਂ ਵੀ ਸਿੱਖਾਂ 'ਚ,
ਉਹ ਸਾਡੇ ਸਾਰੇ ਪੰਜਾਬੀਆਂ ਦੇ ਬਹੁਤ ਦਿਲ ਦੇ ਨੇੜੇ ਸੀ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਪਿਛਲੇ 7-8 ਦਿਨਾਂ ਤੋਂ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਇਹ ਅੱਗ ਵਾਂਗੂ ਖਬਰ ਫੈਲੀ ਹੈ ਕਿ ਇੰਨੀ ਗੂੜੀ ਸਾਂਝ ਬੀਜੇਪੀ ਦੀ ਰਾਮ ਰਹੀਮ ਨਾਲ ਪੈਣੀ, ਜਿਹੜਾ ਬੇਅਦਬੀ ਦਾ ਮੁੱਖ ਦੋਸ਼ੀ ਹੈ, ਇਹ ਬੜੇ ਵੱਡੇ ਸਵਾਲ ਖੜੇ ਕਰ ਗਿਆ। ਇਸ ਮੁੱਦਾ ਹਜੇ ਵੀ ਹੱਲ ਨਹੀਂ ਹੋਇਆ ਨਾ, ਹਜੇ ਵੀ ਮੁੱਦਾ ਉੱਥੇ ਹੀ ਖੜਾ ਹੈ। ਆਮ ਆਦਮੀ ਪਾਰਟੀ ਤੋਂ ਉਮੀਦ ਸੀ, ਫਿਰ ਆਮ ਆਦਮੀ ਪਾਰਟੀ ਨੇ ਕਿਹੜਾ ਹੱਲ ਕਰ ਲਿਆ। ਕੇਬਲ ਤੇ ਕੇਬਲ ਜਿਹੜਾ ਆ ਸਿੱਟ ਬਣਾਈ ਜਾਂਦੀ ਆ, ਕਾਰਵਾਈਆਂ ਕੀਤੀਆਂ ਜਾ ਰਹੀਆਂ, ਪਰ ਕਿਤੇ ਠੋਸ ਦੇਖਿਆ ਕਿਤੇ ਅਤੇ ਇੱਥੋਂ ਤੱਕ ਕਿ ਬਹੁਤ ਸਾਰੇ ਸਰੂਪਾਂ ਨੂੰ ਲੈ ਕੇ ਵੀ ਅੱਜ ਵੀ ਬੰਦੀ ਸਿੰਘਾਂ ਦੇ ਲਈ ਮੋਰਚਾ ਲੱਗਿਆ, ਉੱਥੇ ਵੀ ਇਹੀ ਡਿਮਾਂਡਾਂ ਉੱਠ ਰਹੀਆਂ ਨੇ, ਪਰ ਹਜੇ ਵੀ ਉੱਥੇ ਹੀ ਸਭ ਕੁਝ ਖੜਾ। ਜਿਹੜੇ ਸਵਾਲ ਪੁੱਛਣ ਵਾਲੇ ਤੁਹਾਡੇ ਵਰਗੇ ਸੁਹਿਰਦ ਸੱਜਣ ਨੇ ਨਾ, ਜਦੋਂ ਉਹੀ ਨਹੀਂ ਕਲੀਅਰ ਤੇ ਆਮ ਜਨਤਾ ਨੂੰ ਕਲੀਅਰ ਹੋ ਨਹੀਂ ਸਕਦਾ। ਮੈਂ ਪਹਿਲਾਂ ਬੇਨਤੀ ਕਰਾਂ ਤੁਹਾਨੂੰ, ਤੁਸੀਂ 4 ਮੁੱਦੇ ਲਗਾਤਾਰ ਉਠਾਤੇ। ਤੁਸੀਂ ਪਹਿਲਾ ਮੁੱਦਾ ਬੇਅਦਬੀ ਦਾ ਉਠਾਤਾ ਵੀ ਇਹਦੇ 'ਚ ਕੁਝ ਹੋ ਨਹੀਂ ਰਿਹਾ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਔਰ ਤੁਹਾਡੇ ਸਰੋਤਿਆਂ ਨੂੰ ਕਲੀਅਰ ਕਰ ਦਿਆਂ, ਬੇਅਦਬੀ ਦੇ ਮੁੱਦੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਸਿੱਟ ਬਣੀ ਔਰ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਹੁਣ ਪੰਜਾਬ ਦੇ, ਉਹਨਾਂ ਨੇ ਉਹ ਚਲਾਨ ਫਾਈਨਲ ਕੀਤਾ ਐਜ਼ ਹੋਮ ਮਿਨਿਸਟਰ ਔਰ ਆਪਦੀ ਰਿਪੋਰਟ ਜਾਰੀ ਕੀਤੀ। ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕੋਈ ਲੈਣਾ ਦੇਣਾ ਨਹੀਂ। ਇਸ ਕਰਕੇ ਇਹ ਤਾਂ ਹੁਣ ਅਦਾਲਤ ਨੇ ਸਜ਼ਾ ਦੇਣੀ ਹੈ ਨਾ, ਕਿੰਨੇ ਚਿਰ 'ਚ ਦੇਣੀ ਹੈ। ਇਹ ਤੁਸੀਂ ਕਹਿ ਦੇਣਾ ਕਿ ਪੈਂਡਿੰਗ ਹੈ, ਪੈਂਡਿੰਗ ਅਦਾਲਤ 'ਚ ਹੈਗਾ। ਅੱਜ ਕਿਸੇ ਸਿੱਟ ਕੋਲੇ ਜਾਂ ਸਰਕਾਰ ਕੋਲੇ ਤਾਂ ਕੋਈ ਪੈਂਡਿੰਗ ਨਹੀਂ। ਇੱਕ ਗੱਲ ਪਹਿਲਾਂ ਤਾਂ ਮੈਂ ਇਹ ਕਲੀਅਰ ਕਰ ਦਿਆਂ। ਦੂਜੀ, ਤੁਸੀਂ ਸਿੱਟਾਂ ਦੀ ਗੱਲ ਕੀਤੀ ਹੈ, ਸਿੱਟਾਂ ਜਿਹੜੀਆਂ ਹੈਗੀਆਂ ਉਹ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਬਾਰੇ ਹੈਗੀਆਂ। ਅਸੀਂ ਆਪ ਮੰਗ ਕਰਦੇ ਹਾਂ ਵੀ ਜਿੰਨੀ ਜਲਦੀ ਹੋ ਸਕੇ ਉਹ ਚਲਾਨ ਜਿਹੜੇ ਆ ਅਦਾਲਤਾਂ ਜਾਣੇ ਚਾਹੀਦੇ ਆ। ਤੀਜੀ ਗੱਲ ਜਿਹੜੀ ਤੁਸੀਂ ਰਲਗੱਡ ਕਰ ਗਏ ਹੋ 328 ਸਰੂਪਾਂ ਦੀ, ਉਹ ਕੋਈ ਮੁੱਦਾ ਨਹੀਂ ਹੈ, ਨਾ ਕੋਈ ਮਸਲਾ ਹੈ। ਇਹ ਸਾਡੇ ਵਿਰੋਧੀਆਂ ਵੱਲੋਂ ਐਸਜੀਪੀਸੀ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਇਹ ਮੁੱਦਾ ਬਣਾਇਆ ਗਿਆ। ਸਿੱਖ ਕੌਮ ਦੇ ਵਿੱਚ ਸਭ ਤੋਂ ਵੱਡੇ ਸਾਡੇ ਲਈ ਕੌਣ ਨੇ? ਸਤਿਕਾਰਯੋਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ। ਔਰ ਗਿਆਨੀ ਹਰਪ੍ਰੀਤ ਸਿੰਘ ਜੀ ਐਡੇ ਬੇਬਾਕ ਤੇ ਐਡੇ ਆਜ਼ਾਦਾਨਾ ਫੈਸਲੇ ਲੈਣ ਵਾਲੇ ਜਥੇਦਾਰ ਦੇ ਤੌਰ ਤੇ ਜਿਹੜੇ ਹੈਗੇ ਆ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਏ ਆ। ਉਹਨਾਂ ਨੇ ਖੁਦ ਇਨਕੁਆਇਰੀ ਕੀਤੀ ਹੈ ਤੇ ਇਨਕੁਆਇਰੀ ਦੇ ਵਿੱਚ ਆਇਆ ਕੀ ਸੀ? ਪਹਿਲੀ ਗੱਲ ਮੈਂ ਤੁਹਾਨੂੰ ਇੱਕ ਦੱਸ ਦਿਆਂ, ਇਹ ਐਸਜੀਪੀਸੀ ਨੇ ਖੁਦ ਮੁੱਦਾ ਚੁੱਕਿਆ ਸੀ। ਕੀ ਚੁੱਕਿਆ ਸੀ? ਕਿ ਜਿਹੜੇ ਆਡਿਟ ਏਜੰਸੀ ਕਰਦੀ ਸੀ ਉਹਨੇ ਕਿਹਾ ਕਿ 328 ਸਰੂਪਾਂ ਦੇ ਪੈਸੇ ਜਮ੍ਹਾਂ ਨਹੀਂ ਹੋਏ। ਕਿਤੇ ਸਰੂਪ ਗੁੰਮਿਆਂ ਦੀ ਤਾਂ ਗੱਲ ਹੀ ਨਹੀਂ ਸੀ, ਤਾਂ ਸਾਡੇ ਵਿਰੋਧੀ ਬਣਾ ਲੈਂਦੇ ਆ ਜਾਂ ਐਸਜੀਪੀਸੀ ਨੂੰ ਭੰਡਣ ਵਾਲੇ ਬਣਾ ਲੈਂਦੇ ਆ। 328 ਸਰੂਪਾਂ ਦੇ ਜਦੋਂ ਕਹਿੰਦੇ ਵੀ ਪੈਸੇ ਘੱਟ ਜਮ੍ਹਾਂ ਹੋਏ ਆ, ਗਏ ਵੱਧ ਆ ਤੇ ਪੈਸੇ ਘੱਟ ਜਮ੍ਹਾਂ ਹੋਏ ਆ, ਤੇ ਜਿਹੜੇ ਉਹ ਮੁਲਾਜ਼ਮ ਸੀਗੇ ਐਸਜੀਪੀਸੀ ਦੇ, ਉਹਨਾਂ ਦੇ ਖਿਲਾਫ ਜਦੋਂ ਚਿੱਠੀ ਕੱਢੀ ਤੇ ਉਹਨਾਂ ਨੇ ਅੰਦਰ ਬਹਿ ਕੇ ਮਾਫੀ ਮੰਗੀ ਲਿਖਤੀ ਰੂਪ 'ਚ, ਤੇ 328 ਸਰੂਪਾਂ ਦੇ ਪੈਸੇ ਵੀ ਜਮ੍ਹਾਂ ਕਰਾ ਦਿੱਤੇ। ਕੇਵਲ ਪੈਸਿਆਂ ਦਾ ਮਾਮਲਾ ਸੀ, ਨਾ ਕਿ ਸਰੂਪ ਖੋਣ ਦਾ। ਮੈਂ ਬਦਕਿਸਮਤੀ ਕਹੂੰਗਾ ਪੰਜਾਬ ਦੇ ਪੱਤਰਕਾਰ ਭਾਈਚਾਰੇ ਦੀ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ, ਪੱਤਰਕਾਰ ਭਾਈਚਾਰੇ ਦੀ ਮੈਂ ਬਦਕਿਸਮਤੀ ਕਹੂੰਗਾ ਕਿ ਜਥੇਦਾਰ ਸਾਹਿਬ ਨੇ ਇਹ ਸਪੀਚ ਦਿੱਤੀ ਸੀ ਕਿ ਲੋਕ ਚਾਹੁੰਦੇ ਕੀ ਹੈ ਕਿ ਇਕੱਲੇ ਬਾਦਲਾਂ ਦਾ ਨਾਮ ਪਾ ਦਿਓ, ਗੁੰਮੇ ਹੈਗੇ ਨਹੀਂ ਹੈਗੇ। ਇਹ ਤੁਸੀਂ ਸ਼ਾਇਦ ਸ਼ਬਦ ਸੁਣੇ ਹੋਣ, ਤੇ ਜੇ ਸੁਣੇ ਸੀ ਤਾਂ ਕਿਰਪਾ ਕਰਕੇ ਅੱਜ ਤੋਂ ਬਾਅਦ ਇਹ ਜਿਹੇ ਸਵਾਲ ਆਪਾਂ ਉਸ ਢੰਗ ਨਾਲ ਕਰੀਏ ਵੀ ਇਹ ਭਾਈ ਐਲੀਗੇਸ਼ਨ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਪਹਿਲਾਂ ਹੀ ਇਹ ਗੱਲ ਨੂੰ ਸਪਸ਼ਟ ਕਰ ਚੁੱਕੇ। ਇੱਕ ਗੱਲ ਅੱਗੇ ਆਉਣ ਦਿਓ ਨਾ ਮੈਨੂੰ। 328 ਸਰੂਪਾਂ ਦੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਤੇ ਲਿਖਤੀ ਮਾਫੀ ਮੰਗੀ। ਐਸਜੀਪੀਸੀ ਨੇ ਉਹਨਾਂ ਨੇ ਨੌਕਰੀ ਤੋਂ ਡਿਸਮਿਸ ਕਰਤਾ। ਨੌਕਰੀ ਤੋਂ ਡਿਸਮਿਸ ਕਰਤਾ। ਨੌਕਰੀ ਤੋਂ ਡਿਸਮਿਸ ਕੀਤੇ ਦੇ ਅਗੇਂਸਟ ਉਹ ਬੰਦੇ ਹਾਈ ਕੋਰਟ ਚਲੇ ਗਏ। ਹਾਈ ਕੋਰਟ ਨੇ ਉਹਨਾਂ ਨੂੰ ਬਹਾਲ ਕਰਤਾ। ਹਾਈ ਕੋਰਟ ਦੇ ਹੁਕਮਾਂ ਮੁਤਾਬਕ ਐਸਜੀਪੀਸੀ ਨੂੰ ਬਹਾਲ ਕਰਨਾ ਪਿਆ। ਰੌਲਾ ਕੱਲੇ 328 ਸਰੂਪਾਂ ਦੀ ਭੇਟਾ ਖਾਣ ਦਾ ਸੀ। ਜਿਹੜੇ ਵੀ ਮੁਲਾਜ਼ਮ 2 ਸੀ ਜਾਂ 3 ਸੀ, ਉਹ ਮੇਰੇ ਕੋਲੇ ਇਸ ਟਾਈਮ ਮੇਰੇ ਕੋਲ ਤਾਂ ਰਿਕਾਰਡ ਨਹੀਂ, ਕਿਉਂਕਿ ਐਸਜੀਪੀਸੀ ਕੋਲੇ ਤੁਸੀਂ ਫਰੋਲ ਸਕਦੇ ਹੋ। ਤੇ ਵਿਰੋਧੀਆਂ ਨੇ ਕੀ ਬਣਾਤਾ ਕਿ 328 ਸਰੂਪ ਗੁੰਮ ਗਏ। ਯਾਰ ਕਦੇ ਹੋ ਸਕਦਾ ਵੀ ਐਂ ਸਰੂਪ ਗੁੰਮ ਜਾਣ ਜਾਂ ਕੁਛ? ਪਹਿਲਾਂ ਗੱਲ, ਸਰੂਪ ਲਿਜਾਣ ਦੀ ਪ੍ਰਕਿਰਿਆ ਕੀ ਹੈ? ਤੁਹਾਡੇ ਪਿੰਡ, ਮੇਰੇ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਸਰੂਪ ਚਾਹੀਦਾ ਹੈ, ਗੁਰਦੁਆਰਾ ਸਾਹਿਬ ਦੀ ਕਮੇਟੀ ਲਿਖੂਗੀ। ਪਿੰਡ ਦੀ ਪੰਚਾਇਤ, ਉਹ ਕਿਸੇ ਵੀ ਪਾਰਟੀ ਦੀ ਹੋਵੇ, ਨਾਲ ਉਹ ਪੰਚਾਇਤ ਦੀ ਸਰਪੰਚ ਦੀ ਮੋਹਰ ਲੱਗੂਗੀ ਵੀ ਇੱਥੇ ਸਰੂਪ ਚਾਹੀਦਾ। ਫਿਰ ਉਹ ਲਿਖਤੀ ਜਿਹੜਾ ਹੈਗਾ ਉਹ ਰੁਕਾ ਉਹ ਐਸਜੀਪੀਸੀ ਕੋਲੇ ਅੰਮ੍ਰਿਤਸਰ ਲੈ ਕੇ ਜਾਂਦੇ ਆ। ਫਿਰ ਉੱਥੋਂ ਆਗਿਆ ਹੁੰਦੀ ਹੈ ਵੀ ਆਹ ਬੀੜ ਆ ਇਸ ਨੰਬਰ ਦੀ, ਜਾਂ ਜੋ ਹੁਣ ਸਿਸਟਮ ਚੱਲਦਾ ਵੀ ਇਹ ਫਲਾਣੇ ਪਿੰਡ ਦੀ ਪੰਚਾਇਤ ਦੇ ਫਲਾਂ ਬੰਦਿਆਂ ਨੂੰ ਫਲਾਂ ਗੱਡੀ ਤੇ ਲੈ ਕੇ ਜਾਣ ਲਈ ਜਿਹੜੀ ਹੈਗੀ ਹੈ ਇਹ ਆਗਿਆ ਦਿੱਤੀ ਜਾਂਦੀ ਹੈ। ਇਹਦਾ ਰਿਕਾਰਡ ਰਜਿਸਟਰ 'ਚ ਚੜ੍ਹਦਾ, ਕੰਪਿਊਟਰ 'ਚ ਚੜ੍ਹਦਾ, ਕਿੰਨੇ ਥਾਵਾਂ 'ਤੇ ਹੁੰਦਾ। ਜੇ ਕਿਸੇ ਦੀ ਨੀਅਤ ਦੇ ਵਿੱਚ ਖੋਟ ਹੁੰਦਾ ਜਾਂ 328 ਸਰੂਪ ਕਿਸੇ ਨੇ ਦਿੱਤੇ ਹੁੰਦੇ ਜਾਂ ਦੇਣੇ ਹੁੰਦੇ, ਤੇ ਫਿਰ ਆਪ ਨੂੰ ਆਡਿਟ 'ਚ ਕੱਢਣ ਦੀ ਕੀ ਲੋੜ ਸੀ? ਆਡਿਟ ਵੀ ਤਾਂ ਐਸਜੀਪੀਸੀ ਨੇ ਕੀਤਾ, ਕਿਹੜਾ ਕੋਈ ਕਿਸੇ ਬਾਹਰਲਿਆਂ ਨੇ ਆ ਕੇ ਕੀਤਾ ਸੀ? ਇਸ ਕਰਕੇ ਇਹ 3-4 ਮੁੱਦੇ ਤੁਸੀਂ ਰਲਗੱਡ ਜਦੋਂ ਸਾਰੇ ਪੱਤਰਕਾਰ ਵੀਰ ਸਵਾਲ ਪੁੱਛਦੇ ਹੋ, ਇਹ ਕੌਮ ਨੂੰ ਭੰਬਲ ਭੂਸਾ ਪਈ ਜਾਂਦਾ। ਮੇਰੀ ਇਹ ਬੇਨਤੀ ਹੈ ਕਿ ਇਹ ਅੱਜ ਬੇਅਦਬੀ ਦਾ ਜਿੰਨ ਜਿਹੜਾ ਸੀਗਾ ਬਣਾਇਆ ਹੋਇਆ, ਉਹ ਸਾਰਿਆਂ ਦੇ ਸਾਹਮਣੇ ਹੈ ਕਿ ਰਾਮ ਰਹੀਮ ਉਹਦਾ ਦੋਸ਼ੀ ਹੈ, ਦੋਸ਼ੀ ਲਿਸਟ 'ਚ ਹੈ, ਤੇ ਬੀਜੇਪੀ ਉਹਨੂੰ ਪੈਰੋਲ ਦਿੰਦੀ ਹੈ। ਔਰ ਪੰਜਾਬ ਦੀ ਸਰਕਾਰ ਨੇ 7 ਜ਼ਿਲ੍ਹਿਆਂ ਦੀ ਪੁਲਿਸ ਲਾ ਕੇ
ਜਿਹੜੇ ਸਲਾਬਤਪੁਰੇ ਤੋਂ ਕੰਮ ਸ਼ੁਰੂ ਹੋਇਆ ਸੀ ਉੱਥੇ ਹੀ ਜਿਹੜਾ ਹੈਗਾ ਸਮਾਗਮ ਕਰਾਇਆ। ਹੁਣ ਇਹ ਪੰਜਾਬ ਦੇ ਲੋਕ ਵੇਖਣ ਨਾ ਕਿ ਕੌਣ ਜਿਹੜਾ ਹੈਗਾ ਬੇਅਦਬੀ ਦੇ ਦੋਸ਼ੀਆਂ ਨਾਲ ਖੜਦਾ ਹੈ ਔਰ ਕੌਣ ਬੇਅਦਬੀ ਦੇ ਦੋਸ਼ੀਆਂ ਨੂੰ ਪ੍ਰੋਟੈਕਟ ਕਰਦਾ। ਠੀਕ ਹੈ, ਤੁਹਾਡੀ ਗੱਲ ਸਹੀ ਹੈ ਕਿ ਚਲੋ ਆਪਾਂ ਲਾ ਲੈਂਦੇ ਕਿ ਮੀਡੀਆ ਦਾ ਪ੍ਰੋਪਾਗੈਂਡਾ ਜਾਂ ਵਿਰੋਧੀਆਂ ਦਾ ਪ੍ਰੋਪਾਗੈਂਡਾ ਹੈਗਾ ਆ, ਪਰ ਫਿਰ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਦਾ ਉਹ 'ਚ ਮੁੱਖ ਮੰਗ ਦੇ ਤੌਰ ਤੇ ਕਿਉਂ ਇਹ ਰੱਖਿਆ ਜਾਂਦਾ ਸਰੂਪਾਂ ਦੀ ਗੱਲ? ਤੇ ਇਹ ਤਾਂ ਉਹਨਾਂ ਨੂੰ ਪੁੱਛੋ, ਇਹਨਾਂ ਨੂੰ ਪੁੱਛੋ ਨਾ ਵੀ ਜੇ 328 ਸਰੂਪਾਂ ਦੀ ਭੇਟਾ ਦਾ ਰੌਲਾ ਸੀ, ਭੇਟਾ ਜਮ੍ਹਾਂ ਹੋ ਗਈ, ਬੰਦਿਆਂ ਨੂੰ ਸਜ਼ਾ ਮਿਲ ਗਈ ਤੇ ਸਰੂਪ ਕੋਈ ਗੁੰਮਿਆ ਨਹੀਂ ਤੇ ਨਾ ਕਿਤੇ ਕੋਈ ਖੱਬੇ ਸੱਜੇ ਹੋਇਆ, ਤੇ ਫਿਰ ਇਹ ਤਾਂ ਉਹਨਾਂ ਨੂੰ ਪੁੱਛੋ ਨਾ ਵੀ ਕਿਉਂ ਮੁੱਦਾ ਰੱਖਿਆ। ਇਹ ਹੁਣ ਅਸੀਂ ਤਾਂ ਨਹੀਂ ਨਾ ਦੱਸ ਸਕਦੇ। ਤੁਸੀਂ ਇੱਕ ਦੱਸੋ, ਮੋਰਚਾ ਤਾਂ ਉੱਥੇ ਲੱਗਿਆ ਬੰਦੀ ਸਿੰਘਾਂ ਦਾ ਤੇ ਸਾਰਾ ਦਿਨ ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ ਕਿਉਂ ਕੱਢੀ ਜਾਂਦੇ ਆ? ਕੋਈ ਤੁਹਾਡੇ ਵਰਗਾ ਪੱਤਰ ਸੁਹਿਰਦ ਪੁੱਛਦਾ ਖੜਾ ਹੋ ਕੇ ਵੀ ਯਾਰ ਤੁਸੀਂ ਠੀਕ ਹੈ, ਬੰਦੀ ਸਿੰਘਾਂ ਤੇ ਐਸਜੀਪੀਸੀ ਵੀ ਕੋਸ਼ਿਸ਼ ਕਰਦੀ ਆ, ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਦੋਂ ਤੋਂ ਹੋਏ ਆ ਉਦੋਂ ਤੇ ਜਦੋਂ ਤੇ ਇਹ ਕੰਮ ਹੋਏ ਆ ਉਦੋਂ ਤੋਂ ਕੋਸ਼ਿਸ਼ਾਂ ਕਰ ਰਹੇ ਆ, ਤੇ ਤੁਸੀਂ ਅਕਾਲੀ ਦਲ ਨੂੰ ਗਾਲਾਂ ਕਿਉਂ ਕੱਢਦੇ ਹੋ? ਅੱਜ ਤਾਂ ਸਾਰਿਆਂ ਦਾ ਸਾਂਝਾ ਮੁੱਦਾ ਹੈ ਨਾ, ਉੱਥੇ ਇੱਕ ਦੂਜੇ ਨੂੰ ਗਾਲਾਂ ਕੱਢਣ ਦਾ ਕੀ ਮਤਲਬ ਹੈ? ਅੱਜ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਪਟਿਆਲੇ ਤੋਂ ਹੈ, ਉਹਦੀ ਫਾਈਲ ਰਿਜੈਕਟ ਕਰਤੀ, ਨਾ ਕਰਤੀ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ 6 ਵਾਰੀ ਨਾ ਕਰਤੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਅੱਜ ਕੋਈ ਇਹਨਾਂ ਦੇ ਖਿਲਾਫ ਨਹੀਂ ਬੋਲਦਾ, ਸਾਡੇ ਖਿਲਾਫ ਕਿਉਂ ਬੋਲਦੇ ਆ? ਇਹਦਾ ਸਵਾਲ ਤੁਸੀਂ ਪੁੱਛਣੇ ਚਾਹੀਦੇ ਤੁਹਾਨੂੰ। ਗੱਲ ਹੋਈ ਹੈ ਸਾਡੀ ਤੇ ਉਹ ਇਹੀ ਸਰਕਾਰ ਨੂੰ ਲੈ ਕੇ ਗੱਲ ਕਰਦੇ ਨੇ। ਉਹ ਕਹਿੰਦੇ ਸਰੂਪ ਜਿਹੜੇ ਖੋਏ ਨੇ ਉਹਨੂੰ ਲੈ ਕੇ ਗੱਲ ਕੀਤੀ। ਐਸਜੀਪੀਸੀ ਕਹਿੰਦੇ ਰੋਲ ਜੇ ਸਹੀ ਅਦਾ ਕਰਦੀ ਸ਼ਾਇਦ ਇਹ ਸਾਰਾ ਕੁਝ ਨਾ ਵਾਪਰਦਾ, ਕਿਉਂਕਿ ਐਸਜੀਪੀਸੀ ਨੇ ਸ਼ੁਰੂ ਤੋਂ ਰੋਲ ਜਿਹੜਾ ਅਦਾ ਨਹੀਂ ਕੀਤਾ। ਪਹਿਲਾਂ ਤਾਂ ਉਹ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਜਿਹੜੇ ਇਸ ਮੁੱਦੇ ਉੱਤੇ ਗੱਲ ਵੀ ਨਹੀਂ ਕਰਨਾ ਚਾਹੁੰਦੇ, ਹੁਣ ਜਿਹੜੀ ਆ ਦਸਖਤ ਮੁਹਿੰਮ ਚਲਾਉਂਦੇ ਨੇ ਉਹ। ਯਾਰ ਤੁਸੀਂ ਨਾ ਰਲ ਗੱਡ ਕਰਦੇ ਹੋ, ਜਾਂ ਤਾਂ ਸਰੂਪ 328 ਸਰੂਪਾਂ ਦੀ ਗੱਲ ਕਰ ਲਓ ਤੇ ਜਾਂ ਬੰਦੀ ਸਿੰਘਾਂ ਦੀ ਗੱਲ ਕਰ ਲਓ। ਸਾਰੇ ਮੁੱਦਿਆਂ ਦੇ ਉੱਤੇ ਘੇਰਦੀ ਉਹ ਅਕਾਲੀ ਦਲ ਕਰੋ, ਮੈਥੋਂ ਇਕੱਲੀ ਗੱਲ ਦਾ ਜਵਾਬ ਲਓ ਜੇ ਲੈਣਾ ਚਾਹੁੰਦੇ ਹੋ। ਗੱਲ ਕਰੋ, ਤੁਸੀਂ ਹਰ ਗੱਲ ਨੂੰ ਮਤਲਬ ਘੁਮਾ ਕੇ ਕਰਦੇ ਹੋ। ਮੈਂ 328 ਸਰੂਪਾਂ ਦਾ ਤੁਹਾਨੂੰ ਜਵਾਬ ਦੇਤਾ, ਇਹਦੇ 'ਚ ਕੁਛ ਗਲਤ ਹੋਵੇ ਮੇਰੇ ਨਾਲ ਆ ਕੇ ਜਿਹੜਾ ਮਰਜ਼ੀ ਬਹਿਸ ਕਰ ਲੇ। ਇੱਕ ਗੱਲ ਜਿਹੜੀ ਦੂਜੀ ਗੱਲ ਤੁਸੀਂ ਬੰਦੀ ਸਿੰਘਾਂ ਦੀ ਕੀਤੀ ਹੈ, ਤੁਹਾਨੂੰ ਪਤਾ ਜਦੋਂ ਦੇ ਬੰਦੀ ਸਿੰਘ ਬਣੇ ਉਹਨਾਂ ਦੇ ਕੇਸ ਕੌਣ ਲੜਦਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਹਰ ਰੋਜ਼ ਦੇ ਕੋਈ ਸਾਣ ਨਹੀਂ ਕਰਦੇ। ਸਿੱਖ ਪੰਥ ਦਾ ਕੌਜ਼ ਆ, ਹੋਰ ਸਿੱਖ ਪੰਥ ਪਿੱਛੇ ਉਹ ਲੜੇ ਸੀ। ABCD ਮੈਂ ਕਿਸੇ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਸਾਰਾ ਕੁਝ ਐਸਜੀਪੀਸੀ ਕਰਦੀ ਹੁੰਦੀ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉੱਥੇ ਜਿਹੜਾ ਕੋਈ ਉੱਠਦਾ ਹੈ ਉਹ ਕਹਿੰਦਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਕੀ ਕੀਤਾ। ਮੇਰਾ ਇੱਕ ਸਵਾਲ ਹੈ, ਜਾਂ ਕਹਿ ਦਿੰਦੇ ਆ ਜੀ ਸਰਕਾਰਾਂ ਵੇਲੇ ਕਿਉਂ ਨਹੀਂ ਕੀਤਾ। ਜਿਹੜਾ ਸਵਾਲ ਤੁਹਾਡਾ ਬਣਦਾ ਉਹ ਤੁਸੀਂ ਨਹੀਂ ਕੀਤਾ, ਮੈਂ ਕਹਿ ਦਿੰਦਾ। ਦੇਖੋ ਇੱਕ ਗੱਲ ਹੈ ਕਿ 2012 ਦੇ ਵਿੱਚ 31 ਮਾਰਚ 2012 ਨੂੰ ਫਾਂਸੀ ਦੇਣ ਦਾ ਹੁਕਮ ਜਿਹੜਾ ਹੈ ਉਹ ਆ ਗਿਆ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਇੰਸ਼ੋਰੈਂਸ ਦਿੱਤੀ ਕਿ ਮੇਰੀ ਸਰਕਾਰ ਦੇ ਦੌਰਾਨ ਫਾਂਸੀ ਨਹੀਂ ਦਿੱਤੀ ਜਾਊਗੀ, ਮੇਰੀ ਸਰਕਾਰ ਜਾਂਦੀ ਹੈ ਜਾਵੇ। ਉਸ ਵੇਲੇ ਦੇ ਰਾਸ਼ਟਰਪਤੀ ਕੋਲੇ ਗਏ, ਐਸਜੀਪੀਸੀ ਦੇ ਪ੍ਰਧਾਨ ਸਾਹਿਬ ਤੋਂ। ਇੱਕ ਵੱਡੀ ਗੱਲ ਹੈ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ। ਸ਼ਾਇਦ ਮੈਂ ਇੱਕ ਬੇਨਤੀ ਕਰਾਂ ਕਿ ਸਾਡੀ ਬਦਕਿਸਮਤੀ ਕੀ ਹੈ ਕਿ ਅਕਾਲੀ ਦਲ ਨੂੰ ਗਾਲਾਂ ਹੀ ਕੱਢੀ ਜਾਂਦੇ ਆ, ਸਾਰੇ ਗਾਲਾਂ ਹੀ ਕੱਢੀ ਜਾਂਦੇ ਆ, ਤੇ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ ਹੈ। ਭਾਈ ਰਾਜੋਆਣਾ ਸਾਹਿਬ ਨੇ ਆਪਦੀ ਅਰਜੀ ਤੇ ਦਸਤਖਤ ਨਹੀਂ ਕੀਤੇ। ਉਹ ਕਹਿੰਦੇ ਮੈਂ ਕੋਈ ਦਸਤਖਤ ਨਹੀਂ ਕਰਨੇ, ਨਾ ਮੈਂ ਕੋਈ ਅਪੀਲ ਕਰਨੀ ਹੈ, ਮੈਨੂੰ ਫਾਂਸੀ ਦਿਓ। ਐਸਜੀਪੀਸੀ ਦੇ ਪ੍ਰਧਾਨ ਤੋਂ ਅਸੀਂ ਕਲੈਮਸੀ ਇੱਕ ਪਟੀਸ਼ਨ ਹੁੰਦੀ ਹੈ, ਕਿਉਂਕਿ ਦੂਜਾ ਬੰਦਾ ਜਦੋਂ ਦੂਜੀ ਥਾਂ ਤੇ ਪਟੀਸ਼ਨ ਕਰਦਾ ਤੇ ਉਹਨੂੰ ਕਲੈਮਸੀ ਪਟੀਸ਼ਨ ਬੋਲਦੇ ਆ। ਉਹ ਰਾਸ਼ਟਰਪਤੀ ਕੋਲੇ ਕੀਤੀ, ਰਾਸ਼ਟਰਪਤੀ ਨੇ ਉਹ ਫਾਂਸੀ ਦੇ ਉੱਤੇ ਰੋਕ ਲਾਈ। ਇਹ 2012 ਦਾ ਮਸਲਾ ਹੈ। ਜਿਹੜੇ ਜਿਉਂਦੇ ਜਾਗਦੇ ਸਬੂਤ ਹੈ, ਮੈਂ ਸਿਰਫ ਉਹ ਦੱਸ ਦਿੰਦਾ। ਉਦੋਂ ਬਾਅਦ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਸਾਡੀ ਸਰਕਾਰ ਦੇ ਦੌਰਾਨ ਪੰਜਾਬ 'ਚ ਲਿਆਂਦਾ, ਫਿਰ ਪੈਰੋਲ ਦੇਣੀ ਸ਼ੁਰੂ ਕੀਤੀ। ਬਾਕੀ ਦੇ ਜਿਹੜੇ ਬੰਦੀ ਸਿੰਘ ਸੀ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ, ਸਭ ਨੂੰ ਪੰਜਾਬ ਸ਼ਿਫਟ ਕਰਕੇ ਪੈਰੋਲ ਦੇਣੀਆਂ ਸ਼ੁਰੂ ਕੀਤੀਆਂ। ਇਹ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰਾਂ ਸਮੇਂ ਹੋਇਆ। ਇੱਕ ਗੱਲ ਜਿਹੜੇ ਕਹਿੰਦੇ ਆ ਤੁਸੀਂ ਰਿਹਾ ਕਿਉਂ ਨਹੀਂ ਕਰਾ ਸਕੇ ਜਾਂ ਤੁਹਾਡੀ ਸਰਕਾਰ ਵੇਲੇ ਕਿਉਂ ਨਹੀਂ ਕੀਤੇ, ਉਹਦਾ ਸਿੱਧਾ ਜਵਾਬ ਇਹ ਹੈ ਵੀ ਨਾ ਤਾਂ ਉਸ ਵੇਲੇ ਸਜ਼ਾਵਾਂ ਪੂਰੀਆਂ ਹੋਈਆਂ ਸੀ। ਪਹਿਲੀ ਗੱਲ, ਸਜ਼ਾਵਾਂ ਨਹੀਂ ਸੀ ਪੂਰੀਆਂ ਹੋਈਆਂ। ਦੂਜੀ ਗੱਲ, ਨਾ ਉਸ ਵੇਲੇ ਕੋਈ ਭਾਰਤ ਦੇ ਕਾਨੂੰਨ ਦੇ ਵਿੱਚ ਕੋਈ ਪ੍ਰੋਸੀਜਰ ਐਸਾ ਸੈੱਟ ਹੋਇਆ ਸੀ, ਕੋਈ ਇੱਕ ਵੀ ਕੇਸ ਐਸਾ ਸੈੱਟ ਹੋਇਆ ਹੋਵੇ ਜਿਹੜਾ ਇਸ ਤਰ੍ਹਾਂ ਕੋਈ ਛੱਡੇ ਹੋਣ। ਅੱਜ ਤਰੱਦਦ ਕਿਉਂ ਵਧਾਏ ਆ, ਕਿਉਂ ਤੇਜ਼ ਕੀਤੇ ਆ? ਸਭ ਨੇ ਜਿੰਨੀਆਂ ਸਜ਼ਾਵਾਂ ਹੋਈਆਂ ਸੀ ਉਦੋਂ ਵੱਧ ਸਜ਼ਾਵਾਂ ਕੱਟ ਲਈਆਂ। ਦੂਜਾ ਸਵਾਲ ਇਹ ਪੈਦਾ ਹੋ ਕੇ ਬਿਲਕਿਸ ਬਾਨੋ ਜਿਹੜਾ ਕਿ ਮਰਡਰ ਤੇ ਬਲਾਤਕਾਰ ਦੇ ਕੇਸ ਸੀਗੇ, ਉਹ ਉੱਥੋਂ ਦੀ ਸਰਕਾਰ ਨੇ ਰეკਮੈਂਡ ਕੀਤਾ ਔਰ ਸੁਪਰੀਮ ਕੋਰਟ ਨੇ ਮੰਨਿਆ, ਉਹ ਛੁੱਟ ਗਏ। ਰਾਜੀਵ ਗਾਂਧੀ ਦੇ ਜਿਹੜੇ ਕੇਸ ਦੇ ਵਿੱਚ ਸੀਗੇ, ਉੱਥੋਂ ਦੀ ਸਰਕਾਰ ਨੇ ਕੇਸ ਰეკਮੈਂਡ ਕੀਤਾ ਤੇ ਸੁਪਰੀਮ ਕੋਰਟ ਨੇ ਮੰਨੇ। ਤੇ ਫਿਰ ਅੱਜ ਸਾਡੀਆਂ ਸਰਕਾਰਾਂ ਇੱਥੋਂ ਦੀਆਂ ਕਿਉਂ ਨਹੀਂ ਕਰ ਰਹੀਆਂ? ਮੇਰਾ ਸਵਾਲ ਇਹ ਹੈਗਾ, ਠੀਕ ਹੈ ਆਪਾਂ ਪਿਛਲੀ ਗੱਲਾਂ ਛੱਡਦੇ ਹਾਂ ਵੀ ਕਿਸ ਨੇ ਕੀ ਕੀਤਾ ਨਹੀਂ ਕੀਤਾ, ਪਰ ਹੁਣ ਤਾਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਠੀਕ ਹੈ ਹੁਣ ਸਾਡੇ ਮੂਹਰੇ ਐਗਜ਼ਾਮਪਲਾਂ ਸੈੱਟ ਨੇ। ਕੋਰਟ ਜਿਹੜਾ ਹੁੰਦਾ ਇੱਕ ਐਗਜ਼ਾਮਪਲ ਤੇ ਕੰਮ ਕਰਦਾ, ਉਹਦੇ ਰਾਜੀਵ ਗਾਂਧੀ ਦੀ ਐਗਜ਼ਾਮਪਲ ਆ, ਬਿਲਕਿਸ ਬਾਨੋ ਦੀ ਐਗਜ਼ਾਮਪਲ ਹੈਗੀ ਆ। ਫਿਰ ਕਿਉਂ ਨਹੀਂ ਲੱਗਦਾ ਕਿ ਜਿਹੜੀ ਮੌਜੂਦਾ ਸਰਕਾਰ ਆ ਉਹ ਕਿਉਂ ਨਹੀਂ ਰੈਵੋਲੂਸ਼ਨ ਲਿਆਉਂਦੀ, ਕਿਉਂ ਨਹੀਂ ਜਿਹੜੀ ਇੱਕ ਮੀਟਿੰਗ ਕਰ? ਮੈਂ ਉਹੀ ਬੇਨਤੀ ਕਰਾਂ ਨਾ, ਮੋਰਚੇ ਦੇ ਵਿੱਚ ਇੱਕ ਸੁਰ ਨਾਲ ਆਵਾਜ਼ ਜਾਣੀ ਚਾਹੀਦੀ ਹੈ
ਕਿ ਜਿਹੜੇ ਕੇਸ ਯੂਟੀ ਦੇ ਅੰਦਰ ਹੈ ਉਹ ਭਾਰਤੀ ਜਨਤਾ ਪਾਰਟੀ ਕਰੇ, ਔਰ ਜਿਹੜੇ ਕੇਸ ਪੰਜਾਬ ਜਾਂ ਦਿੱਲੀ ਸਰਕਾਰ ਦੇ ਅੰਦਰ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰੇ। ਇਹੀ ਕਰਨਾ ਚਾਹੀਦਾ ਨਾ। ਅਸੀਂ ਬਾਏ ਨੇਮ ਭਾਵੇਂ ਕਿਸੇ ਨੂੰ ਨਾ ਪੰਡੀਏ, ਮੈਂ ਕਹਿਣਾ ਤੁਸੀਂ ਕੇਜਰੀਵਾਲ ਦਾ ਨਾਂ, ਭਗਵੰਤ ਮਾਨ ਸਾਹਿਬ ਦਾ ਨਾਂ ਲੈਣਾ, ਨਹੀਂ ਲੈਣਾ ਨਾ ਲਓ, ਆਪਾਂ ਸਰਕਾਰਾਂ ਤੋਂ ਤਾਂ ਹਿਸਾਬ ਮੰਗੀਏ ਨਾ ਯਾਰ। 7 ਸਾਲ ਹੋ ਚੱਲੇ, 6 ਸਾਲ ਸਾਡੀ ਸਰਕਾਰ ਗਈ ਨੂੰ, ਸਾਨੂੰ ਹੀ ਧਰਤੀ 'ਚ ਗੱਡੀ ਜਾਂਦੇ ਹੋ, ਸਾਨੂੰ ਹੀ ਗੱਡੀ ਜਾਂਦੇ ਹੋ। ਤੁਸੀਂ ਜੇ ਕਿਸੇ ਨੂੰ ਇੰਨੇ ਭੈੜੇ ਲੱਗਦੇ ਆ ਗੋਲੀ ਮਾਰ ਦਿਓ, ਜੇ ਸਾਡੇ ਗੋਲੀ ਮਾਰਨ ਨਾਲ ਕੋਈ ਬੰਦੀ ਸਿੰਘ ਬਾਹਰ ਆ ਜਾਊਗਾ ਤਾਂ। ਇਸ ਕਰਕੇ ਨਫ਼ਰਤ ਦੀ ਰਾਜਨੀਤੀ, ਨਫ਼ਰਤ ਦੀਆਂ ਗੱਲਾਂ ਮੇਰੀ ਵਿਰੋਧੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਨਾ ਕਰੋ। ਅੱਜ ਆਪਾਂ ਪੈਰਵਾਈ ਢੰਗ ਨਾਲ ਕਰੋ, ਜਿੱਥੇ ਕਰਨ ਦੀ ਲੋੜ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਕੋਲੇ ਜਿਹੜਾ ਕੇਸ ਹੈ ਉਹ ਇਹ ਪੂਰੀ ਕਰੇ, ਦਿੱਲੀ ਵਾਲੇ ਕਰਨ, ਹਰਿਆਣੇ ਦਾ ਇੱਕ ਕੇਸ ਆ ਉਹ ਬੀਜੇਪੀ ਦੀ ਸਰਕਾਰ ਉਹ ਪੂਰੀ ਕਰੇ, ਤੇ ਪ੍ਰਧਾਨ ਮੰਤਰੀ ਦਾ ਜਿਹੜਾ ਨੋਟੀਫਿਕੇਸ਼ਨ ਆ ਉਹੀ ਲਾਗੂ ਕਰਨਾ, ਕਿਹੜਾ ਕੋਈ ਨਵਾਂ ਕਰਨਾ। ਤੇ ਇਵੇਂ ਜਿਵੇਂ ਯੂਟੀ ਵਾਲੇ ਕਰਨ, ਇਹ ਅਸੀਂ, ਮੇਰਾ ਖਿਆਲ ਹੈ ਕਿ ਇਕੱਲੇ ਅਕਾਲੀ ਦਲ ਨੂੰ ਗਾਲਾਂ ਦੇ ਕੇ ਅਸਲ ਮੁੱਦੇ ਤੋਂ ਥਿੜਕ ਰਹੇ ਆ, ਜਿਹੜਾ ਕਿ ਜਿਹੜੇ ਬੰਦੀ ਸਿੰਘ ਅੰਦਰ ਬੈਠੇ ਆ ਉਹਨਾਂ ਦਾ ਨੁਕਸਾਨ ਹੋ ਰਿਹਾ। ਬੀਜੇਪੀ ਪੰਜਾਬ ਦੇ ਇੰਚਾਰਜ ਉਹਨਾਂ ਸਾਡੀ ਗੱਲ ਹੁੰਦੀ ਉਹਨਾਂ ਸ਼ਿਖਾਵਤ ਹੋਣਾ ਨਾਲ, ਤਾਂ ਉਹ ਇਸ ਮੁੱਦੇ ਤੇ ਗੱਲ ਕਰਦੇ ਆ ਕਿ ਅਸੀਂ ਤਾਂ ਛੱਡ ਰਹੇ ਹਾਂ, ਅਸੀਂ ਤਾਂ ਪਹਿਲਾਂ ਵੀ ਛੱਡੇ ਨੇ, ਹੁਣ ਵੀ ਛੱਡ ਰਹੇ ਹਾਂ, ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸਾਥ ਨਹੀਂ ਸਾਡਾ ਦੇ ਰਹੀ ਹੈ। ਸ਼ਿਖਾਵਤ ਸਾਹਿਬ, ਤੁਸੀਂ ਛੱਡ ਰਹੇ ਹੋ ਰਾਮ ਰਹੀਮ ਨੂੰ, ਆਮ ਆਦਮੀ ਪਾਰਟੀ ਤਾਂ ਦਿੱਲੀ 'ਚ ਨਹੀਂ ਛੱਡ ਰਹੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ, ਤੇ ਪੰਜਾਬ 'ਚ ਨਹੀਂ ਛੱਡ ਰਹੀ ਇੱਕ ਲੁਧਿਆਣੇ ਦਾ ਜਿਹੜਾ ਕੇਸ ਹੈਗਾ ਉਹਦੇ 'ਚ, ਜਾਂ ਜਿੱਥੇ ਵੀ ਰਹੇ ਹੋਏ ਆ। ਤੇ ਜਿਹੜੇ ਭਾਰਤੀ ਜਨਤਾ ਪਾਰਟੀ ਥੱਲੇ ਤੁਹਾਡਾ ਯੂਟੀ 'ਚ ਬੈਠੇ ਆ, ਜਾਂ ਹਰਿਆਣੇ 'ਚ ਜਿਹੜੇ ਕੇਸ ਹੈਗੇ ਆ, ਉਹ ਕਿਹਨੇ ਛੱਡਣੇ ਆ? ਤੁਸੀਂ ਛੱਡਣੇ ਆ। ਇਸ ਕਰਕੇ ਬਦਕਿਸਮਤੀ ਸਾਡੇ ਸਿੱਖਾਂ ਦੀ, ਮੈਂ ਖਾਸ ਕਰਕੇ ਇਹ ਕਹੂੰਗਾ ਕਿ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾਈ ਜਾਂਦੇ ਹਾਂ, ਤੇ ਜਿਹਦੇ ਵੱਲ ਨੂੰ ਅਸੀਂ ਲੜਾਈ ਵਿੱਢਣੀ ਆ ਉਧਰ ਨੂੰ ਵਿੱਢ ਦੇਣਗੇ। ਮੈਂ ਮੋਰਚੇ ਨੂੰ ਨਾ ਹਰ ਰੋਜ਼ ਸੁਣਦਾ, 80% ਅਕਾਲੀ ਦਲ ਨੂੰ ਗਾਲਾਂ ਦੇਣ ਦੇ ਵਿੱਚ ਸਮਾਂ ਬਰਬਾਦ ਹੁੰਦਾ ਉੱਥੇ, ਤੇ 20% ਮਾੜੀ ਮੋਟੀ ਇੱਧਰ ਉੱਧਰ ਦੀ ਗੱਲ ਜਿਹੜੀ ਆ ਹੋ ਜਾਂਦੀ ਹੈ। ਮੈਂ ਤੁਹਾਡੇ ਰਾਹੀਂ ਮੋਰਚੇ ਦੇ ਜਿਹੜੇ ਜਿੰਨੇ ਵੀ ਪ੍ਰਬੰਧਕ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲੋਂ ਵੱਡੀ ਕੋਈ ਇਨਕੁਆਇਰੀ ਨਹੀਂ ਹੋ ਸਕਦੀ। 328 ਸਰੂਪਾਂ ਦੀ ਉਹਨਾਂ ਨੇ ਗੱਲ ਕਰਤੀ ਹੈ, ਜੇ ਕਮੇਟੀ ਬਣਾ ਲੈਣ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲੇ ਚੱਲ ਜਾਣ, ਜੇ ਕੋਈ ਹੋਰ ਕਲੈਰੀਫਿਕੇਸ਼ਨ ਲੈਣੀ ਹੈ। ਕਰਨ ਨੂੰ ਤਿਆਰ ਹੀ ਨਹੀਂ ਅਸੀਂ। ਮੈਂ ਕੱਲ੍ਹ ਵੀ ਉਹਨਾਂ ਨਾਲ ਗੱਲ ਕੀਤੀ ਹੈ, ਉਹਨਾਂ ਦੇ ਜਿਹੜੇ ਪ੍ਰਬੰਧਕ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਡਾਇਲੋਗ ਕਿਉਂ ਨਹੀਂ ਸ਼ੁਰੂ ਕਰਦੇ, ਤੁਸੀਂ ਕਿਉਂ ਸਰਕਾਰ ਤੱਕ ਅਜੇ ਤੱਕ ਪਹੁੰਚ ਨਹੀਂ ਕੀਤੀ, ਕੇਵਲ ਇੱਥੇ ਬੈਠ ਕੇ ਕਿੰਨੀ ਕੁ ਦੇਰ ਬੈਠ ਕੇ ਤੁਸੀਂ ਜਿਹੜਾ ਆ ਉੱਥੇ ਗੱਲ ਕਰੀ ਜਾਓ। ਨਹੀਂ ਚਲੋ ਖੈਰ, ਇਹ ਤਾਂ ਉਹਨਾਂ ਦਾ ਮੁੱਦਾ ਮਕਸਦ ਹੈ। ਮੈਂ ਤਾਂ ਜਿਹੜਾ 328 ਦੀ ਗੱਲ ਕੀਤੀ ਹੈ, ਮੈਂ ਉਹ ਕਿਹਾ ਕਿ ਜਥੇਦਾਰ ਸਾਹਿਬ ਨਾਲ ਗੱਲ ਕਰ ਲੈਣੀ ਚਾਹੀਦੀ, ਤੇ ਬਾਕੀ ਮੁੱਦਿਆਂ ਤੇ ਜਿਹੜੇ ਸਰਕਾਰਾਂ ਨਾਲ ਮੁੱਦੇ ਹੈ, ਸਾਨੂੰ ਆਪਸੀ ਜਿਹੜਾ ਵੈਰ ਵਿਰੋਧ ਆ ਉਹ ਭੁੱਲ ਜਾਣਾ ਚਾਹੀਦਾ। ਪਾਰਟੀਆਂ ਕਿਹੜੀਆਂ 'ਚ ਬੰਦੇ ਨੇ, ਕਿਹੜੀਆਂ 'ਚੋਂ ਬੰਦੇ ਆ ਕੇ ਮੋਰਚੇ 'ਚ ਬੈਠਦੇ ਆ, ਇਹ ਨਹੀਂ ਵੇਖਣਾ ਚਾਹੀਦਾ ਸਾਨੂੰ ਇੱਕੋ ਕਾਜ਼ ਹੋਣਾ ਚਾਹੀਦਾ ਕਿ ਉਹਨਾਂ ਬੰਦੀ ਸਿੰਘਾਂ ਨੂੰ ਅਸੀਂ ਬਾਹਰ ਕਿਵੇਂ ਲਿਆਉਣਾ, ਸਾਡਾ ਮਕਸਦ ਇੱਕ ਹੋਣਾ ਚਾਹੀਦਾ। ਅਕਾਲੀ ਦਲ ਪਹਿਲਕਦਮੀ ਕਰੂਗਾ। ਪਹਿਲਾਂ ਵੀ ਜਦ ਧਾਮੀ ਹੋਣੀ ਜਾਂਦੇ ਨੇ ਤਾਂ ਜੋ ਇਨਸੀਡੈਂਟ ਵਾਪਰਦਾ ਉਹ ਨਿੰਦਣਯੋਗ ਸੀ, ਸਭੀ ਨੇ ਉਹਦੀ ਨਿੰਦਾ ਕਰ ਰਹੇ ਆ, ਤਾਂ ਦੁਬਾਰਾ ਅਕਾਲੀ ਦਲ ਫਿਰ ਪਹਿਲ ਕਰੇਗਾ। ਦੇਖੋ, ਦੋ ਗੱਲਾਂ ਨੇ, ਪ੍ਰਬੰਧਕ ਜੇ ਇਸ ਚੀਜ਼ ਦਾ ਭਰੋਸਾ ਦਿਵਾਉਣਗੇ ਤੇ ਪ੍ਰਬੰਧਕ ਇਸ ਚੀਜ਼ ਦਾ ਸੱਦਾ ਦੇਣਗੇ ਵੀ ਸਾਨੂੰ ਸਾਰੀਆਂ ਧਿਰਾਂ ਦੀ ਲੋੜ ਹੈ, ਇਕੱਲੇ ਸਾਨੂੰ ਸਪੈਸ਼ਲ ਭਾਵੇਂ ਨਾ ਕਹਿਣ, ਉਹ ਸਿੱਧਾ ਕਹਿਣ ਕਿ ਸਾਨੂੰ ਸਾਰੇ ਸਿੱਖਾਂ ਦੀ ਲੋੜ ਆ, ਉਹ ਕਿਸੇ ਵੀ ਪਾਰਟੀ 'ਚ ਬੈਠੇ ਆ, ਤੇ ਅਸੀਂ ਹਰ ਤਰ੍ਹਾਂ ਦਾ ਸਾਥ ਦੇਣ ਨੂੰ ਤਿਆਰ ਹਾਂ। ਸਿੱਖ ਤੁਸੀਂ ਤਿਆਰ ਹੋ ਜਿਹੜਾ ਇਸ ਮੌਕੇ ਤੇ, ਹਰ ਇੱਕ ਸਿੱਖ ਦੇ ਮਤਲਬ ਤਿਆਰ 500% ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਹੈ। ਬਾਕੀ ਤਾਂ ਚਲੋ ਸਿਆਸਤ ਤਾਂ ਜਿੰਨੇ ਮਰਜ਼ੀ ਕਰੀ ਜਾਣਾ, ਅਸੀਂ ਕੋਈ ਕਿਸੇ ਤੇ ਸਾਨ ਨਹੀਂ ਕਰ ਰਹੇ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸਾਡਾ ਸਿੱਖਾਂ ਦਾ ਸਾਂਝਾ ਕੌਜ਼ ਹੈ, ਅਸੀਂ ਕਿਸੇ ਤੇ ਸਾਨ ਨਹੀਂ ਕਰ ਰਹੇ, ਤੇ ਨਾ ਅਸੀਂ ਕਿਸੇ ਨੂੰ ਭੰਡ ਰਹੇ ਹਾਂ। ਜਿਹਨੇ ਵੀ ਕਿਣਕਾ ਜੇ ਅੱਜ ਮੋਰਚਾ ਲੱਗਿਆ, ਪਹਿਲਾਂ ਮੋਰਚੇ ਦੇ ਵਿੱਚ ਜਾਂ ਕੋਈ ਜਿੰਨਿਆਂ ਨੇ ਵੀ ਤਰੱਦਦ ਕੀਤੇ, ਅਸੀਂ ਸਿਰ ਝੁਕਾ ਕੇ ਉਹਨਾਂ ਨੂੰ ਧੰਨਵਾਦ ਕਰਦੇ ਹਾਂ, ਔਰ ਉਮੀਦ ਕਰਦੇ ਹਾਂ ਕਿ ਆਪਾਂ ਇਹਦੇ 'ਚੋਂ ਸਿਆਸਤ ਨਾ ਕਰਕੇ ਸਿੱਧਾ ਸਰਕਾਰਾਂ ਨਾਲ ਟੱਕਰ ਲਈਏ, ਔਰ ਸਰਕਾਰਾਂ ਨੂੰ ਝੁਕਣਾ ਪਊਗਾ। ਜਦੋਂ ਤਾਂ ਸਰਕਾਰ ਦੀ ਗੱਲ ਕਰ ਲੈਂਦੇ ਆ, ਜਿਮਨੀ ਚੋਣਾਂ ਆ ਰਹੀਆਂ ਹੁਣ ਜਲੰਧਰ ਦੀਆਂ, ਕੀ ਤਿਆਰੀ ਹੈ ਅਕਾਲੀ ਦਲ ਦੀ, ਕਿਸ ਤਰੀਕੇ ਦੀ ਰਣਨੀਤੀ ਰਹਿਣ ਵਾਲੀ? ਦੇਖੋ, ਮੈਂ ਪਰਮਾਤਮਾ ਤੋਂ ਡਰ ਕੇ ਕਹਿਣਾ ਕਿ ਜਿਸ ਕਿਸਮ ਦੀਆਂ ਗਰੰਟੀਆਂ ਜਿੰਨੀਆਂ ਵੱਡੀਆਂ ਦਿੱਤੀਆਂ ਸੀਗੀਆਂ, ਉਹ ਗਰੰਟੀਆਂ ਤੋਂ ਕੋਹਾਂ ਸਰਕਾਰ ਜਿਹੜੀ ਆ ਦੂਰ ਤੁਰੀ ਫਿਰਦੀ ਹੈ। ਬਹਾਨੇ ਬੜੇ ਵੱਡੇ ਨੇ ਕਿ 70 ਸਾਲਾਂ 'ਚ ਨਹੀਂ ਹੋਇਆ, 70 ਸਾਲਾਂ ਦੇ ਵਿੱਚ ਖਰਾਬ ਜ਼ਿਆਦਾ ਹੋ ਗਿਆ, 70 ਸਾਲਾਂ ਦੇ ਵਿੱਚ ਕਰਜ਼ਾ ਇੰਨਾ ਚੜ੍ਹ ਗਿਆ। ਹਾਲਾਂਕਿ ਉਦੋਂ ਤਾਂ ਇਹ ਸੀ ਵੀ 54,000 ਕਰੋੜ ਰੁਪਈਆ ਤਾਂ ਕੇਜਰੀਵਾਲ ਸਾਹਿਬ ਲੈ ਕੇ ਚੱਲੇ ਸੀ ਘਰੋਂ, ਤੇ ਅੱਜ 20,000 ਕਰੋੜ ਤਾਂ ਰੇਤੇ ਬਜਰੀ ਦਾ ਇਸ ਸਾਲ ਦਾ ਜਮ੍ਹਾਂ ਹੋ ਗਿਆ ਹੋਣਾ, ਤੇ 34,000 ਕਰੋੜ ਉਹ ਕਹਿੰਦੇ ਸੀ ਅਸੀਂ ਜਿਹੜੀ ਰਿਸ਼ਵਤ ਲੀਕੇਜ ਹੈ ਉਹ ਅਸੀਂ ਬੰਦ ਕਰ ਲੈਣੀ ਹੈ। ਆ ਜਦੋਂ ਬਜਟ ਪੇਸ਼ ਹੋਊਗਾ, ਉਮੀਦ ਕਰਦੇ ਹਾਂ ਕਿ ਉਹ 54,000 ਕਰੋੜ ਜਦੋਂ ਵਿੱਚ ਪੈ ਗਿਆ, ਸਾਡਾ ਕਰਜ਼ਾ ਵੀ ਘਟੂਗਾ ਤੇ ਸਹੂਲਤਾਂ ਵੀ ਸਾਰੀਆਂ ਪੰਜਾਬ ਦੀਆਂ ਪੂਰੀਆਂ ਹੋ ਗਈਆਂ ਹੋਣੀਆਂ। ਅੱਜ ਮੈਨੂੰ ਲੱਗਦਾ ਹੈ ਕਿ ਸਾਰੇ ਤਾਂ ਹਸਪਤਾਲ ਅਪਗ੍ਰੇਡ ਹੋ ਗਏ ਹੋਣੇ ਆ, ਅੱਜ ਸਾਰੇ
ਟੀਚਰ ਵੀ ਭਰਤੀ ਹੋ ਗਏ ਹੋਣੇ ਆ। ਅੱਜ ਸਾਰੇ ਨੌਜਵਾਨ ਜਿਹੜੇ ਆ ਬੇਰੁਜ਼ਗਾਰੀ ਉਹਨਾਂ ਦੀ ਦੂਰ ਹੋ ਗਈ ਹੋਣੀ ਹੈ, ਤੇ ਬਾਹਰਲੇ ਮੁਲਕਾਂ ਤੋਂ ਵੀ ਕਹਿੰਦੇ ਜਹਾਜ਼ ਚੱਲਣ ਵਾਲੇ ਆ। ਇਸ ਕਰਕੇ ਬੜੀਆਂ ਗੱਲਾਂ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ। ਮਹੱਲਾ ਕਲੀਨਿਕ ਵੀ ਖੋਲ੍ਹੇ ਗਏ, ਆਮ ਆਦਮੀ ਕਲੀਨਿਕ ਦਾ ਨਾਮ ਦਿੱਤਾ ਗਿਆ, ਪਰ ਸ਼ੁਰੂ ਤੋਂ ਅਕਾਲੀ ਦਲ ਨੇ ਹੀ ਕੁਝ ਪ੍ਰੂਫ ਪੇਸ਼ ਕੀਤੇ ਸੀ ਉਸ ਨੂੰ ਲੈ ਕੇ ਕਿ ਕਈ ਐਸੀਆਂ ਬਿਲਡਿੰਗਾਂ ਨੇ ਜਿਹੜੀਆਂ ਖਸਤਾ ਹਾਲਤ 'ਚ ਨੇ ਤੇ ਦੁਰਘਟਨਾ ਵੀ ਹੋ ਸਕਦੀਆਂ ਨੇ। ਪਰ ਉਹ ਉੱਥੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਜੇ ਅਸੀਂ ਪੁਰਾਣੀਆਂ ਬਿਲਡਿੰਗਾਂ ਨੂੰ ਡਿਵੈਲਪ ਕਰ ਰਹੇ ਹਾਂ, ਫਿਰ ਅਕਾਲੀ ਦਲ ਨੇ ਆਪਣੇ ਨਾਂ ਤਾਂ ਵਸੀਅਤ ਕਰਾਈ ਨਹੀਂ ਹੋਈ, ਉਹਨਾਂ ਨੂੰ ਕੀ ਤਕਲੀਫ ਹੈ? ਨਹੀਂ, ਮੈਂ ਮੁੱਖ ਮੰਤਰੀ ਸਾਹਿਬ ਦੀ ਗੱਲ ਦਾ ਬੜੇ ਨਿਮਰਤਾ ਸਹਿਤ ਜਵਾਬ ਦੇਣਾ ਚਾਹੂੰਗਾ ਕਿ ਸਾਨੂੰ ਕੋਈ ਇਤਰਾਜ਼ ਨਹੀਂ। ਪੁਰਾਣੀਆਂ ਬਿਲਡਿੰਗਾਂ ਨੂੰ ਤੁਸੀਂ ਉਹਨਾਂ ਨੂੰ ਚਮਕਾਓ ਵੀ, ਉਹਨਾਂ ਦੇ ਵਿੱਚ ਸਹੂਲਤਾਂ ਵੀ ਵਧਾਓ, ਉਹਨਾਂ ਦੇ ਵਿੱਚ ਜੋ ਕਰ ਸਕਦੇ ਆ ਕਰੋ, ਪਰ ਪਾਰਟੀ ਦਾ ਨਾਂ ਤਾਂ ਨਾ ਲਿਖੋ ਆਪਦੀ ਦਾ। ਜੇ ਤੁਸੀਂ ਕਹਿੰਦੇ ਹੋ ਵੀ ਅਕਾਲੀ ਦਲ ਨੇ ਰਜਿਸਟਰੀ ਨਹੀਂ ਕਰਾਈ ਸੀ, ਤੇ ਫਿਰ ਆਮ ਆਦਮੀ ਪਾਰਟੀ ਨੇ ਕਿਹੜਾ ਕਰਾਈ ਹੈ? ਤੁਸੀਂ ਜੇ ਕੋਈ ਬਣਾਉਣਾ ਹੈ, ਪਹਿਲੀ ਗੱਲ ਤਾਂ ਆਮ ਆਦਮੀ ਕਲੀਨਿਕ ਪਾਰਟੀ ਦਾ ਨਾਂ ਹੀ ਰੱਖ ਲਿਆ ਯਾਰ। ਫਿਰ ਬਾਦਲ ਸਾਹਿਬ ਨੇ ਤਾਂ, ਜੇ 78 ਦਾ ਕੋਈ ਬਣਿਆ ਸੀ ਹਸਪਤਾਲ, ਤੇ ਉੱਥੇ ਬਾਦਲ ਸਾਹਿਬ ਨੇ ਤਾਂ ਆਪਦੀ ਫੋਟੋ ਲਾਈ ਨਹੀਂ। ਜੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ 'ਚ ਕੋਈ ਬਣਿਆ ਜਾਂ ਕਿਸੇ ਹੋਰ ਸਰਕਾਰ ਨੇ ਬਣਾਇਆ ਤੇ ਕਿਸੇ ਨੇ ਆਪਦੀ ਫੋਟੋ ਜਾਂ ਨਾਂ ਨਹੀਂ ਲਾਇਆ, ਤੁਸੀਂ ਕਿਉਂ ਲਾਉਣੇ ਹੋ? ਸਾਨੂੰ ਪਹਿਲਾ ਇਤਰਾਜ਼ ਤਾਂ ਇਹ ਹੈ। ਇੱਕ ਗੱਲ, ਜਿਹੜੀਆਂ 540 ਡਿਸਪੈਂਸਰੀਆਂ ਬੰਦ ਕਰਤੀਆਂ ਨਾ ਜੀ, ਉਹਦੇ ਨਾਲ 6000 ਪਿੰਡਾਂ ਦੇ ਵਿੱਚੋਂ ਸਿਹਤ ਸਹੂਲਤਾਂ ਹੀ ਖਤਮ ਹੋ ਗਈਆਂ, ਮਤਲਬ ਜਿਹੜੀਆਂ ਬੰਦ ਹੋ ਗਈਆਂ। ਹੁਣ ਇਹ 400 ਜਿਹੜੇ ਇਹਨਾਂ ਨੇ ਕਲੀਨਿਕ ਚਲਾਏ ਹੈ, ਬੰਦ ਨਹੀਂ ਨਾ ਕੀਤੀਆਂ, ਅਸੀਂ ਡਿਵੈਲਪ ਕਰਤੀਆਂ, ਅਸੀਂ ਇਹਨੂੰ ਕਲੀਨਿਕ ਬਣਾਤਾ ਹੈ, ਕਲੀਨਿਕ ਦਾ ਨਾਮ ਦੇਤਾ ਤੇ ਹਾਈਟੈਕ ਕਰਤੇ ਆ, ਆਨਲਾਈਨ ਰਿਕਾਰਡ ਕਰਤੇ ਆ। ਦੇਖੋ ਸਾਰੇ ਦੇਸ਼ ਦੇ ਵਿੱਚ ਸਕੀਮ ਚੱਲਦੀ ਹੈ ਕਿ ਕਿੰਨੀ ਆਬਾਦੀ ਤੇ ਜਿਹੜਾ ਹੈਗਾ ਉਹ ਡਿਸਪੈਂਸਰੀ ਹੋਣੀ ਹੈ, ਕਿੰਨੀ ਤੇ ਰੂਰਲ ਹੈਲਥ ਸੈਂਟਰ ਹੋਣਾ ਹੈ, ਫਿਰ ਉਸ ਤੋਂ ਬਾਅਦ ਹਸਪੀਟਲ ਹੋਣਾ ਹੈ। ਇਹ ਸਾਰਾ ਇੱਕ ਸਿਸਟਮ ਬਣਿਆ ਸਾਡੇ ਦੇਸ਼ ਦਾ, ਉਹ ਸਾਰਾ ਤੋੜੀ ਜਾਂਦੇ ਆ। ਤੁਸੀਂ ਬਣਾਉਣਾ ਹੀ ਹੈ ਨਾ, ਤੇ ਆਪਦਾ ਨਵਾਂ ਸਿਸਟਮ ਕ੍ਰੀਏਟ ਕਰ ਲਓ। ਜੇ ਤੁਹਾਨੂੰ ਕੋਈ ਲੱਗਦਾ ਹੈ, ਤੁਸੀਂ ਸੁਵਿਧਾ ਕੇਂਦਰਾਂ ਦੇ ਵਿੱਚ ਬਣਾਏ ਜਿਹੜੇ ਬੰਦ ਪਏ ਸੀਗੇ, ਤਾਂ ਅਸੀਂ ਚਲੋ ਭਾਵੇਂ ਅਸੀਂ ਤਾਂ ਚਾਹੁੰਦੇ ਹਾਂ ਸੇਵਾ ਕੇਂਦਰ ਜਿਹੜੇ ਉਹ ਚੱਲਣੇ ਚਾਹੀਦੇ ਆ। ਪਹਿਲੀ ਗੱਲ, ਜੇ ਤੁਸੀਂ ਬੰਦ ਪਏ ਆ ਉਹਨਾਂ 'ਚ ਉਹਨੂੰ ਵਰਤੋਂ 'ਚ ਲੈ ਲਿਆ, ਉਹ ਤਾਂ ਇੱਕ ਗੱਲ ਠੀਕ ਵੀ ਲੱਗਦੀ ਸੀ ਵੀ ਬਿਲਡਿੰਗ ਪਈ ਸੀ, ਜਦੋਂ ਬੰਦ ਹੀ ਕਰਤੇ ਤੇ ਵਰਤ ਲਏ। ਜਿਹੜਾ ਹਸਪਤਾਲ ਚੱਲੀ ਜਾਂਦਾ ਹੈ, ਉਹਦੇ ਤੇ ਫਿਰ ਤੁਸੀਂ ਆਪਦਾ ਨਾਂ ਤੇ ਫੋਟੋ ਲਾ ਕੇ ਕੱਲਾ ਮਤਲਬ ਕਰਦੇ ਹੋ, ਤੇ ਫਿਰ ਤੁਸੀਂ ਉਹਦੇ 'ਚ ਕੀ ਕਰਤਾ? ਜੇ ਪਿਛਲੇ 40 ਸਾਲਾਂ ਦਾ ਉਹੀ ਡਿਸਪੈਂਸਰੀ ਰੂਰਲ ਹੈਲਥ ਸੈਂਟਰ ਸੇਵਾ ਦੇ ਰਿਹਾ ਹੈ, ਤੇ ਫਿਰ ਕੱਲਾ ਰੰਗ ਕਰਨ ਨਾਲ ਤੇ ਤੁਹਾਡੀ ਜਿਹੜੀ ਹੈਗੀ ਹੈ ਪਾਰਟੀ ਦਾ ਨਾਮ ਲਿਖਣ ਨਾਲ ਜਾਂ ਫੋਟੋ ਲਿਖਣ ਨਾਲ ਤਾਂ ਕੋਈ ਸੁਧਾਰ ਨਹੀਂ ਹੋਇਆ। ਕਹਿੰਦੇ ਅਕਾਲੀ ਦਲ ਖੁਸ਼ ਨਹੀਂ ਹੈਗਾ ਇਸ ਨੂੰ ਲੈ ਕੇ, ਕਿਉਂਕਿ ਅਸੀਂ ਸਿਹਤ ਸਹੂਲਤਾਂ ਘਰ ਤੱਕ ਪਹੁੰਚਾਤੀਆਂ ਤੇ ਉਹ ਇਹਨਾਂ ਤੇ ਇਤਰਾਜ਼ ਕਰੀ ਜਾਂਦੇ। ਦੇਖੋ ਇੱਕ ਗੱਲ ਹੈ ਕਿ ਇਹ ਪੰਜਾਬ ਦੇ ਲੋਕਾਂ ਨੇ ਵਿਰੋਧ ਵਿੱਢਿਆ, ਅਖਬਾਰਾਂ ਦੇ ਪੰਨੇ ਭਰੇ ਪਏ ਆ। ਜਿੱਥੋਂ ਡਾਕਟਰ ਬਦਲ ਕੇ ਗਏ ਆ ਨਾ, ਉਹ ਕਹਿੰਦੇ ਅਸੀਂ ਕਿੱਥੇ ਜਾਈਏ। ਔਰ ਮੈਂ ਇੱਕ ਤੁਹਾਨੂੰ ਦੱਸਾਂ ਕਿ 80% ਜਿਹੜੇ ਸੀਗੇ ਨਾ, ਜਿੰਨੇ ਵੀ ਕੇਸ ਕੋਈ ਡਿਟੈਕਟ ਹੁੰਦੇ ਸੀ, ਉਹ ਇਹਨਾਂ ਛੋਟੇ ਸੈਂਟਰਾਂ 'ਚੋਂ ਹੁੰਦੇ ਸੀ। ਤੇ ਹੁਣ ਉਹ ਜਦੋਂ ਇੱਕ ਮੁਹੱਲਾ ਕਲੀਨਿਕ ਦੇ ਨਾਂ ਤੇ ਇਹ ਚੱਲਣਾ ਵੀ 6-7 ਘੰਟੇ ਹੀ ਹੈ, ਫਿਰ ਬਾਕੀ ਦੇ ਘੰਟੇ ਕਿੱਥੇ ਜਾਣਗੇ ਲੋਕ? 10 ਲੱਖ ਦਾ ਦਾਅਵਾ ਹੈ ਜੀ, 10 ਲੱਖ ਬੰਦੇ ਦਾ ਇਲਾਜ ਕਰ ਚੁੱਕੇ ਅਸੀਂ 100 ਦੇ ਵਿੱਚ, ਹੁਣ 4 ਦੇ ਵਿੱਚ ਤੁਸੀਂ ਦੇਖੋ ਕਿੰਨੇ ਲੱਖ ਹੁੰਦੇ। ਚਲੋ ਇਹ ਮੇਰਾ ਖਿਆਲ ਹੈ ਕਿ ਅਸੀਂ ਤੇ ਵਿਰੋਧੀ ਹਾਂ। ਸਾਨੂੰ ਤਾਂ ਤੁਸੀਂ ਵੀ ਕਹਿ ਦਿਓਗੇ ਤੇ ਉਹ ਵੀ ਕਹਿ ਦੇਣਗੇ ਵੀ ਵਿਰੋਧੀਆਂ ਦੀਆਂ ਗੱਲਾਂ ਨੇ। ਇਹ ਤਾਂ ਫਿਰ ਜਿਹੜੇ ਸੜਕਾਂ ਤੇ ਲੋਕ ਧਰਨੇ ਦੇਈ ਜਾਂਦੇ ਆ, ਜਿਹੜਾ ਸਰਪੰਚ ਨੇ 4200 ਤੇ ਜਿਤਾਇਆ ਸੀਗਾ, ਉਹ ਜੇ ਸਾਹਮਣੇ ਖੜ ਕੇ ਵਿਰੋਧ ਕਰੀ ਜਾਂਦਾ ਹੈ ਭਗਵੰਤ ਮਾਨ ਸਾਹਿਬ ਨਾਲ, ਉਹਨਾਂ ਦੀਆਂ ਫੋਟੋਆਂ ਵੀ ਹੈ, ਤੇ ਫਿਰ ਇਹ ਤਾਂ ਜਨਤਾ ਦਾ ਵਿਰੋਧ ਹੈ ਨਾ, ਤੇ ਜਨਤਾ ਦੇ ਵਿਰੋਧ ਦੀ ਅਸੀਂ ਗੱਲ ਕਰਦੇ ਹਾਂ। ਬਾਕੀ ਇਹ ਤਾਂ ਆਇਆ ਲੋ 2.5-3 ਮਹੀਨੇ ਦੇ ਵਿੱਚ ਇਲੈਕਸ਼ਨ, ਲੋਕ ਆਪੇ ਹੀ ਰਿਜ਼ਲਟ ਕੱਢ ਦੇਣਗੇ ਕਿ ਕੀ ਰਿਜ਼ਲਟ ਹੈਗਾ। ਪਰ ਜਿੰਨਾ ਕੁ ਮੈਂ ਅੰਕੜਾ ਇਕੱਠਾ ਕੀਤਾ ਸੀ ਕਿ 200 ਕਰੋੜ ਦੀ ਦਵਾਈ ਲਗਭਗ ਜਿਹੜੀ ਆ ਸਾਲ 'ਚ ਵੰਡੀ ਜਾਂਦੀ ਸੀ ਮੁਫਤ। ਐਸ ਸਰਕਾਰ ਨੇ ਸਿਰਫ 20-25 ਜਾਂ 27 ਕਰੋੜ ਦੀ ਦਵਾਈ ਖਰੀਦੀ ਹੈ 10 ਮਹੀਨਿਆਂ 'ਚ। ਤੇ ਫਿਰ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ ਵੀ ਇੱਕ ਪਾਸੇ ਤਾਂ 200 ਕਰੋੜ ਦੀ ਜਾਂਦੀ ਸੀ, ਇੱਕ ਪਾਸੇ 27 ਕਰੋੜ ਦੀ। ਇਹ ਵੱਧ ਲੋਕਾਂ ਤੱਕ ਜਾਵੜੀ ਕਿ ਘੱਟ ਤੱਕ ਜਾਵੜੀ, ਇਹ ਤਾਂ ਲੋਕ ਹੀ ਦੱਸਣ। ਲੋਕਾਂ ਦੀ ਸਿਹਤ ਜ਼ਿਆਦਾ ਠੀਕ ਹੋ ਗਈ ਹੋਵੇ ਆਮ ਆਦਮੀ ਪਾਰਟੀ ਦੇ ਨਾਲ, ਤੇ ਦਵਾਈ ਦੀ ਲੋੜ ਹੀ ਨਾ ਪੈਂਦੀ ਹੋਵੇ। ਗੱਲ ਇਹ ਹੈ ਵੀ ਮੈਂ ਜੇ ਹਰ ਗੱਲ ਤੇ ਨਾ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਸਮਾਂ ਥੋੜ੍ਹਾ ਹੋਇਆ, ਤੁਹਾਨੂੰ ਦੇ ਜਿੰਨਾ ਹੋਰ ਸਮਾਂ ਲਓ, ਜਿੰਨਾ ਮਰਜ਼ੀ ਲਓ, ਪਰ ਰਿਜ਼ਲਟ ਬਿਹਤਰ ਕੱਢ ਕੇ ਦਿਖਾਓ। ਇਹ ਹਰ ਗੱਲ ਦੇ ਵਿੱਚ ਹੁਣ ਇਹਨਾਂ ਨੇ ਐਲਾਨ ਕਰਤਾ ਇੱਕ ਕਿ ਜਿੰਨੇ ਐਕਸੀਡੈਂਟ ਕੇਸ ਹੋਣਗੇ ਅਸੀਂ ਟਰੋਮਾ ਸੈਂਟਰਾਂ 'ਚ ਲਿਜਾਇਆ ਕਰਾਂਗੇ, ਤੇ ਟਰੋਮਾ ਸੈਂਟਰਾਂ ਦੇ ਵਿੱਚ ਜਿੰਨਾ ਚਿਰ ਐਮਰਜੈਂਸੀ 'ਚ ਰਹੂਗਾ ਬੰਦਾ, ਉਹਨਾਂ ਚਿਰ ਸਰਕਾਰ ਵੱਲੋਂ ਪੈਸੇ ਦੇਵਾਂਗੇ। ਪਹਿਲੀ ਗੱਲ ਤਾਂ ਸਾਰੇ ਪੰਜਾਬ 'ਚ 4 ਟਰੋਮਾ ਸੈਂਟਰ ਹੈ, ਤੇ ਚਾਰੇ ਬੰਦ ਪਏ ਆ। ਨਾਲ ਇਹ ਵੀ ਗੱਲ ਹੈ, ਚਾਰੇ ਹੀ ਬੰਦ ਪਏ ਆ। ਤੇ ਉਦੋਂ ਬਾਅਦ ਟਰੋਮਾ ਸੈਂਟਰ ਪ੍ਰਾਈਵੇਟ ਹਸਪਤਾਲਾਂ 'ਚ ਹੈ। ਚਲੋ ਮੰਨ ਵੀ ਲਿਆ, ਜੇ ਤੁਸੀਂ ਇਹ ਪ੍ਰਾਈਵੇਟ ਵਾਲਾ ਕਲੀਅਰ ਨਹੀਂ ਕੀਤਾ ਵੀ ਅਸੀਂ ਪੈਸੇ ਦੇਵਾਂਗੇ ਕਿ ਨਹੀਂ ਦੇਵਾਂਗੇ, ਜੇ ਮੰਨ ਲਓ ਦੇ ਵੀ ਦੇਣਗੇ ਪ੍ਰਾਈਵੇਟ ਵਾਲੇ, ਤੇ ਮੰਨ ਲਓ ਇਹ ਐਮਰਜੈਂਸੀ 'ਚ ਅਗਲਾ 2 ਦਿਨ ਰਿਹਾ, 3 ਦਿਨ ਰਿਹਾ, ਤੇ ਜੇ ਲੱਤ ਟੁੱਟ ਗਈਆਂ ਦੋਵੇਂ, ਜਾਂ ਬਾਂਹ ਟੁੱਟ ਗਈ, ਜਾਂ ਕੋਈ ਪਸਲੀਆਂ ਟੁੱਟ ਗਈਆਂ, ਤੇ 2.5 ਮਹੀਨੇ ਉਹਨੂੰ ਫਿਰ ਬਾਹਰਲੇ ਬੈੱਡ 'ਤੇ ਵੀ ਪੈਣਾ, ਫਿਰ ਉੱਥੋਂ ਦੀ ਦਵਾਈ ਕੌਣ ਦੇਊਗਾ? ਇਸ ਕਰਕੇ ਮੈਂ ਇੱਕ ਗੱਲ ਕਹਾਂ ਕਿ
ਸਿਹਤ ਦੇ ਮਾਮਲੇ 'ਚ, ਐਜੂਕੇਸ਼ਨ ਦੇ ਮਾਮਲੇ ਦੇ ਵਿੱਚ, ਜਾਂ ਲੋਕਾਂ ਦੇ ਸੇਵਾ ਕੇਂਦਰਾਂ ਦੇ ਮਾਮਲੇ ਦੇ ਵਿੱਚ ਇਹ ਇੱਕ ਬੜੀ ਫੂਲ ਪ੍ਰੂਫ ਪਾਲਿਸੀ ਦੀ ਲੋੜ ਹੈ। ਮੈਂ ਸਰਕਾਰ ਨੂੰ ਅਪੀਲ ਬੇਨਤੀ ਕਰੂੰਗਾ ਕਿ ਪੰਜਾਬ ਤੁਹਾਡਾ ਤੇ ਸਾਡਾ ਸਾਰਿਆਂ ਦਾ ਸਾਂਝਾ ਹੈ। ਤਕੜੇ ਹੋ ਕੇ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਪੂਰੀਆਂ ਕਰੋ। ਪੁਰਾਣੇ ਸਿਸਟਮ ਦੇ ਵਿੱਚ ਜੋ ਸੁਧਾਰ ਕਰ ਸਕਦੇ ਆ ਕਰੋ। ਪੁਰਾਣੇ ਨੂੰ ਤਹਿਸ਼ ਨਹਿਸ਼ ਨਾ ਕਰੋ। ਜਿਹੜੇ ਨੁਕਸ ਹੈ ਉਹ ਦੂਰ ਕਰ ਲਓ। ਜੇ ਮੰਨ ਲਓ ਉਹ ਬਿਲਡਿੰਗ ਦੇ ਵਿੱਚ ਤੁਸੀਂ ਡਾਕਟਰ ਨਹੀਂ ਆਉਂਦਾ ਸੀ, ਉਹ ਡਾਕਟਰ ਭੇਜ ਦਿਓ। ਨਰਸਾਂ ਹੈ ਨਹੀਂ, ਤੁਸੀਂ ਨਰਸਾਂ ਭੇਜ ਦਿਓ। ਸਫਾਈ ਦਾ ਪ੍ਰਬੰਧ ਹੈ ਨਹੀਂ, ਉੱਥੇ ਸਫਾਈ ਵਾਲਾ ਮੁਲਾਜ਼ਮ ਰੱਖ ਦਿਓ। ਦਵਾਈ ਹੈ ਨਹੀਂ, ਦਵਾਈ ਪੂਰੀ ਕਰ ਦਿਓ। ਤੇ ਫਿਰ ਫੋਟੋ ਲਾਉਣ ਦੀ ਕੀ ਲੋੜ ਪੈਗੀ? ਪਤੀਲਿਆਂ ਤੇ ਫੋਟੋ ਵੇਖਦੇ ਸੀਗੇ, ਫਿਰ ਕਦੇ ਗਿਣਦੇ ਸੀ ਸਾਈਕਲਾਂ ਤੇ ਫੋਟੋ ਲੱਗੀ ਆ, ਕਦੇ ਐਂਬੂਲੈਂਸਾਂ ਤੇ ਫੋਟੋ ਲੱਗੀ। ਇਹ ਗੱਲਾਂ ਮਾਨ ਸਾਹਿਬ ਨੇ ਪੂਰੇ ਸ਼ਾਇਰਾਨਾ ਅੰਦਾਜ਼ 'ਚ ਕਰਕੇ ਭੰਡ ਕੇ ਇੱਥੋਂ ਤੱਕ ਦੂਜੀਆਂ ਪਾਰਟੀਆਂ ਨੂੰ ਆਏ ਸੀ। ਤੇ ਅੱਜ ਤੇ ਹਾਲਾਤ ਹੀ ਬਦਲ ਗਏ। ਇਹ ਵੱਖਰੀ ਗੱਲ ਹੈ, ਕੱਲ੍ਹ ਸੁਪਰੀਮ ਕੋਰਟ ਨੇ ਮੇਰੇ ਖਿਆਲ ਹੁਕਮ ਜਾਰੀ ਕਰਤਾ। ਹੁਣ ਸ਼ਾਇਦ ਚਾਹ ਇਹ ਪੂਰਾ ਕੇਜਰੀਵਾਲ ਸਾਹਿਬ ਦਾ ਨਾ ਹੋ ਸਕੇ। ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਆ, ਜਾਂ ਅਕਾਲੀ ਦਲ ਇਸ ਗੱਲ ਨੂੰ ਬਾਰ-ਬਾਰ ਕਹਿੰਦਾ ਆਇਆ ਕਿ ਜੇ 10 ਰੁਪਏ ਦੀ ਚੀਜ਼ ਲਿਆਉਂਦੇ ਆ ਤਾਂ 100 ਰੁਪਏ ਦੀ ਐਡਵਰਟਾਈਜ਼ਮੈਂਟ ਕਰ ਜਾਂਦੇ ਨੇ, ਤੇ ਉਹਦੇ ਨਾਲ ਜਿਹੜਾ ਖਜ਼ਾਨਾ ਨੁਕਸਾਨ ਜ਼ਿਆਦਾ ਹੋ ਰਿਹਾ ਹੈ। ਦੇਖੋ, ਦਿੱਲੀ ਦੇ ਵਿੱਚ ਜਿਹੜੇ ਗਵਰਨਰ ਸਾਹਿਬ ਨੇ ਜਾਂ ਲੈਫਟੀਨੈਂਟ ਜਿਹੜਾ ਕਹਿੰਦੇ ਨੇ, ਉਹਨਾਂ ਨੇ ਇਹਨਾਂ ਨੂੰ ਰਿਕਵਰੀ ਪਾਤੀ ਹੈ ਕਿ ਪੈਸੇ ਜਮ੍ਹਾਂ ਕਰਾਓ, ਤੁਸੀਂ ਆਪਦੀ ਪਾਰਟੀ ਦਾ ਪ੍ਰਚਾਰ ਕਰਨ ਲਈ ਬਾਹਰ ਕੀਤਾ। ਇਸੇ ਤਰ੍ਹਾਂ ਇੱਥੋਂ ਦਾ ਨਾ, ਮੈਂ ਬਾਕੀ ਦੇ ਛੱਡ ਦਿਓ, ਤੁਸੀਂ ਕਰਨਾਟਕਾ, ਹੈਦਰਾਬਾਦ, ਤਾਂ ਸਾਡੇ ਪੰਜਾਬ ਦੇ ਲੋਕ ਕਿਹੜਾ ਅਖਬਾਰ ਦੇਖਦੇ ਆ। ਜੇ ਅਸੀਂ ਬੋਲਦੇ ਹਾਂ ਸ਼ਾਇਦ ਕਿਸੇ ਨੂੰ ਨਾ ਵੀ ਲੱਗਦਾ ਹੋਵੇ, ਠੀਕ ਆ। ਸਾਡੇ ਵੇਲੇ ਸਿਰਫ 90 ਕਰੋੜ ਦਾ ਬਜਟ ਸੀ, ਜਿਹੜਾ 16 ਦੇ ਵਿੱਚ ਦੀ ਗੱਲ ਕਰਦਾ ਮੈਂ। ਤੇ ਕਾਂਗਰਸ ਵੇਲੇ ਕਿੰਨਾ ਸੀ ਮੈਨੂੰ ਪਤਾ ਨਹੀਂ ਹੈ। ਇਹਨਾਂ ਨੇ 750-800 ਕਰੋੜ ਦਾ ਬਜਟ ਰੱਖਿਆ। 750-800 ਕਰੋੜ ਦਾ ਸਾਲ ਦਾ। 750 ਕਰੋੜ ਦੀਆਂ ਤੁਸੀਂ ਦਵਾਈਆਂ ਫਰੀ ਵੰਡਦੇ ਹੋ ਪੰਜਾਬ 'ਚ, ਤੇ ਇੱਕ ਵੀ ਘਰ ਨਹੀਂ ਬਚਣਾ। ਟੱਲੀ ਮਾਰਦਾ ਫਿਰੂ, ਹਰੇਕ ਘਰੇ ਦਵਾਈ ਵੰਡਣ ਨੂੰ ਫਿਰੂਗਾ ਵੀ ਯਾਰ ਵਾਧੂ ਆ, ਲੈ ਲਓ ਤੁਸੀਂ ਜਿਹੜਾ ਤੁਹਾਡੀ ਡਾਕਟਰ ਨੇ ਪਰਚੀ ਲਿਖੀ ਹੈ। ਇਸ ਕਰਕੇ ਇਹ ਇਕੱਲੇ ਇਹ ਐਡਵਰਟਾਈਜ਼ਮੈਂਟ ਦੇ ਸਹਾਰੇ ਉੱਪਰਲੇ ਮੋਦੀ ਸਾਹਿਬ ਲੱਗੇ ਆ, ਤੇ ਉਹਨਾਂ ਤੋਂ ਸਿੱਖ ਕੇ ਕੇਜਰੀਵਾਲ ਸਾਹਿਬ ਚੱਲੇ ਹੋਏ ਆ, ਤੇ ਉਹੀ ਪੰਜਾਬ 'ਚ ਲਾਗੂ ਹੈ। ਇਹ ਬਹੁਤੀ ਦੇਰ ਚੱਲਣਾ ਨਹੀਂ। ਡਾਕਟਰ ਸਾਹਿਬ, ਲਾਸਟ ਗੱਲ ਕਰਾਂਗਾ ਕਿ ਲਗਾਤਾਰ ਆਪਾਂ ਸਾਰੇ ਮੁੱਦਿਆਂ ਦੇ ਜਿਹੜੀ ਗੱਲਬਾਤ ਕੀਤੀ ਹੈ, ਅਕਾਲੀ ਦਲ ਨੂੰ ਲੈ ਕੇ, ਜਿਵੇਂ ਤੁਸੀਂ ਕਿਹਾ ਕਿ ਭੰਡਿਆ ਜਾ ਰਿਹਾ, ਜਾਂ ਅਕਾਲੀ ਦਲ ਨੇ ਠੀਕ ਹੈ ਜਿਹੜਾ ਇੱਕ ਫਤਵਾ ਸੀ ਲੋਕਾਂ ਨੇ ਵੀ ਦੇਤਾ, ਹੁਣ ਜਿਹੜੀ ਪਾਰਟੀ ਨੂੰ ਦਿੱਤਾ ਉਹ ਵੀ ਪਾਰਟੀ ਮੈਦਾਨ ਦੇ ਵਿੱਚ ਹੈਗੀ ਆ। ਕੁੱਲ ਮਿਲਾ ਕੇ ਦੇਖੀਏ ਤਾਂ ਹੁਣ ਦੀ ਪੋਜੀਸ਼ਨ ਕਿਸ ਤਰੀਕੇ ਨਾਲ ਅਕਾਲੀ ਦਲ ਦੀ ਤੁਸੀਂ ਦੇਖਦੇ ਹੋ? ਲੱਗਦਾ ਕਿ ਰਿਵਾਈਵ ਹੋ ਰਹੀ ਹੈ, ਤੇ ਲੋਕਾਂ ਦੇ ਵਿੱਚ ਇੱਕ ਵਾਰ ਫੇਰ ਜਿਹੜਾ ਤੁਸੀਂ ਪਹੁੰਚ ਕਰ ਰਹੇ ਹੋ, ਕਿਉਂਕਿ ਲਗਾਤਾਰ ਤੁਹਾਡੇ ਢਾਂਚੇ ਵੀ ਬਦਲ ਰਹੇ ਹੋ, ਲਗਾਤਾਰ ਤੁਸੀਂ ਆਪਣੇ ਸੰਘ ਵੀ ਸਾਰੇ ਬਦਲ ਰਹੇ ਹੋ। ਦੇਖੋ, ਸਭ ਤੋਂ ਵੱਡੀ ਗੱਲ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਇੱਕ ਗੱਲ ਆਉਣੀ ਸ਼ੁਰੂ ਹੋ ਗਈ ਹੈ ਕਿ ਤਿੰਨੋਂ ਪਾਰਟੀਆਂ ਕੇਂਦਰ ਤੋਂ ਚੱਲਦੀਆਂ, ਔਰ ਕੇਂਦਰ 'ਚ ਬੈਠੀ ਕੋਈ ਪਾਰਟੀ ਹੋਵੇ ਤੇ ਭਾਵੇਂ ਸਰਕਾਰ ਹੋਵੇ, ਪੰਜਾਬ ਪ੍ਰਤੀ ਵਤੀਰਾ ਉਹਦਾ ਕਦੇ ਪੋਜ਼ਿਟਿਵ ਨਹੀਂ ਰਿਹਾ। ਕਿਸੇ ਦਾ ਬਹੁਤ ਜ਼ਿਆਦਾ ਖਿਲਾਫ ਹੁੰਦਾ ਹੈ, ਤੇ ਕਿਸੇ ਦਾ ਵੇਲਾ ਟਪਾਊ ਹੁੰਦਾ ਹੈ, ਪਰ ਪੋਜ਼ਿਟਿਵ ਕਦੇ ਨਹੀਂ ਰਿਹਾ। ਇਹ ਹਰ ਪੰਜਾਬੀ, ਭਾਵੇਂ ਉਹ ਕਿਸੇ ਵੀ ਜ਼ਾਤ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਪਾਰਟੀ ਦਾ, ਇਹ ਉਹ ਸਾਰੇ ਮੰਨਦੇ ਆ। ਭਾਵੇਂ ਉਹ ਸੈਂਟਰ 'ਚ ਰਾਜ ਕਰਨ ਵਾਲੀਆਂ ਪਾਰਟੀਆਂ 'ਚ ਵੀ ਬੈਠੇ ਹੋਣ, ਤਾਂ ਉਹ ਵੀ ਦਬਵੀਂ ਆਵਾਜ਼ 'ਚ ਅੰਦਰ ਬੈਠੇ ਹੀ ਕਹਿੰਦੇ ਕਿ ਯਾਰ ਪੰਜਾਬ ਨੂੰ ਤਾਂ ਸਮਝਦੇ ਹੀ ਕੱਖ ਨਹੀਂ। ਇਹ ਗੱਲ ਹੈ। ਇਹ ਗੱਲ ਲੋਕਾਂ 'ਚ ਚਲੀ ਗਈ ਹੈ ਕਿ ਇੱਕੋ ਇੱਕ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ, ਜਿਹਨੂੰ ਮੰਨ ਲਓ ਜਿਹਨੇ ਸਿਰਫ ਤੇ ਸਿਰਫ ਪੰਜਾਬ ਦੀ ਲੜਾਈ ਲੜਨੀ ਹੈ। ਵੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਤਕੜਾ ਹੋਣਾ ਜ਼ਰੂਰੀ ਹੈ। ਔਰ ਜਿਹੜੇ ਸਾਡੇ ਤੇ ਐਲੀਗੇਸ਼ਨ ਲੱਗੇ ਸੀ, ਇੱਕ ਗੱਲ ਮੈਂ ਬੇਅਦਬੀ ਵਾਲੀ ਕਰ ਗਿਆ ਸੀ ਕਿ ਉਹਦਾ ਮੁੱਖ ਦੋਸ਼ੀ ਨੂੰ ਤਾਂ ਦੂਜੀਆਂ ਪਾਰਟੀਆਂ ਪ੍ਰੋਟੈਕਟ ਕਰਦੀਆਂ ਫਿਰਦੀਆਂ, ਸਾਨੂੰ ਲੋਕਾਂ ਨੇ ਇਸੇ ਪਿੱਛੇ ਹੀ ਮਾਰਿਆ ਸੀ, ਇੱਕ ਗੱਲ। ਦੂਜਾ ਮੁੱਦਾ ਸੀ ਨਸ਼ੇ, ਜਿਹੜੇ ਤੇ ਮੈਂ ਗੱਲ ਕਰਨ ਤੋਂ ਰਹਿ ਗਿਆ। ਸਾਡੇ ਵੇਲੇ ਨਸ਼ੇ ਬਹੁਤ ਭੰਡੇ, ਸਾਡੇ ਤੋਂ ਪਹਿਲਾਂ ਵੀ ਨਸ਼ੇ ਸੀ, ਅੱਜ ਉਦੋਂ ਕਈ ਗੁਣੋਂ ਵੱਧ ਗਏ। ਅਸੀਂ ਨਹੀਂ ਕਹਿੰਦੇ, ਇਹਨਾਂ ਦੇ ਐਮਐਲਏ ਕਾਂਗਰਸ ਦੇ ਕਹਿੰਦੇ ਰਹੇ, ਹੁਣ ਆਮ ਆਦਮੀ ਪਾਰਟੀ ਦੇ ਕਹੀ ਜਾਂਦੇ ਆ। ਨਸ਼ੇ ਵਜਨ ਪਿੱਛੇ ਕਾਰਨ ਕੀ ਹੈ? 4.5 ਸਾਲ ਪਹਿਲਾਂ ਫੌਜਾਂ ਦੇ ਜਨਰਲ ਜਿਹੜੇ ਆ ਉਹ ਬਾਰਡਰ ਤੇ ਆਏ ਸੀ ਕਿ ਡਰੋਨ ਦਿਨ ਰਾਤ ਬੱਸਾਂ ਨੂੰ ਭੱਜੇ ਫਿਰਦੇ ਆ, 100-200 ਮੀਟਰ ਅਫਸਰ ਦੱਸਦੇ ਆ, ਅਨਓਫੀਸ਼ੀਅਲੀ ਦੱਸਦੇ ਆ, ਸਾਹਮਣੇ ਤਾਂ ਕੈਮਰੇ ਤੇ ਨਹੀਂ ਦੱਸਦੇ, ਕਿ ਬੱਸਾਂ ਵਾਂਗੂ ਭੱਜੇ ਫਿਰਦੇ ਆ, ਤੇ 90 ਕਿਲੋ ਤੱਕ ਵਜਨ ਕਹਿੰਦੇ ਇੱਕ ਡਰੋਨ ਚੱਕ ਸਕਦਾ। ਇੰਨੇ ਨਸ਼ੇ ਤੇ ਇੰਨੇ ਹਥਿਆਰ ਆ ਰਹੇ ਆ। ਉਹਨਾਂ ਡਰੋਨਾਂ ਦੇ ਉੱਤੇ ਪਾਬੰਦੀ ਕਿਹਨੇ ਲਾਉਣੀ ਹੈ? ਉਹ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਰਲ ਕੇ ਸਾਂਝਾ ਅਭਿਆਨ ਵਿੱਢਣਾ ਹੈ। ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਰਡਾਰਾਂ ਲਈ ਪੈਸੇ ਦੇਵੇ, ਡਰੋਨਾਂ ਨੂੰ ਰੋਕਣ ਲਈ, ਔਰ ਪੰਜਾਬ ਸਰਕਾਰ ਤੇ ਇਹ ਰਲ ਕੇ ਦੋਨਾਂ ਨੇ ਕਰਨਾ ਹੈ। ਤੇ ਕੇਂਦਰ ਦੀ ਸਰਕਾਰ ਸੁੱਤੀ ਪਈ ਆ, ਅੱਖਾਂ ਮੀਚੀ ਬੈਠੀ ਹੈ ਇਸ ਮਸਲੇ ਤੇ ਨਸ਼ਿਆਂ ਨਾਲ ਬਰਬਾਦੀ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਹੋ ਰਹੀ ਹੈ। ਤੇ ਜਿਹੜਾ ਗਲੀਆਂ ਦੇ ਵਿੱਚ ਨਸ਼ਾ ਵਿਕ ਰਿਹਾ, ਜਿਹਨੂੰ ਰੋਕਣ ਲਈ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਤਰੱਦਦ ਕਰਨੇ ਚਾਹੀਦੇ ਆ, ਉਹਨਾਂ ਦੇ ਰਿਜ਼ਲਟ ਤੁਹਾਡੇ ਸਾਹਮਣੇ ਆ। ਇਸ ਕਰਕੇ ਜਿਹੜੇ ਸਾਡੇ ਤੇ ਐਲੀਗੇਸ਼ਨ ਲਾ ਕੇ ਵਿਰੋਧੀ ਪਾਰਟੀਆਂ ਨੇ ਸਾਨੂੰ ਭੰਡਿਆ ਸੀ, ਉਹ ਐਲੀਗੇਸ਼ਨ ਸਮੇਂ ਨੇ ਖੁਦ ਬ ਖੁਦ ਧੋਤੇ ਆ। ਕਿਉਂਕਿ ਜੇ ਇਕੱਲੇ ਸਾਡੇ ਵੇਲੇ ਸੀਗੇ ਤੇ ਹੁਣ ਕਿਉਂ ਆ? ਫਿਰ ਹੁਣ ਤਾਂ ਸਾਡੀ ਸਰਕਾਰ ਗਈ ਨੂੰ ਵੀ 6 ਸਾਲ ਹੋ ਗਏ। ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇੱਕ ਗੱਲ
ਜਿਹੜੀ ਹੈ ਸਮੇਂ ਦੇ ਹਿਸਾਬ ਨਾਲ ਸਮਝਣੀ ਸ਼ੁਰੂ ਕਰਤੀ ਕਿ ਜੇ ਪੰਜਾਬ ਤੇ ਪਹਿਰਾ ਕੋਈ ਦੇ ਸਕਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕਦਾ ਹੈ। ਸੜਕਾਂ ਦੇ ਮਾਮਲੇ 'ਚ ਦੇਖ ਲਓ, ਪੰਜਾਬ ਨੂੰ 1 ਨੰਬਰ ਤੇ ਲਿਆਂਦਾ। ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਅਸੀਂ 1 ਨੰਬਰ ਤੇ ਲਿਆਂਦਾ। ਸਿਹਤ ਦੇ ਮਾਮਲੇ ਦੇ ਵਿੱਚ ਅਸੀਂ ਜਿੱਥੇ 17ਵੇਂ ਥਾਂ ਤੇ ਸੀ ਉਹਨੂੰ 5ਵੇਂ ਥਾਂ ਤੇ ਲੈ ਕੇ ਆਂਦਾ ਸੀ। ਜਿਹੜੇ ਮਰਜ਼ੀ ਖਿੱਤੇ ਨੂੰ ਤੁਸੀਂ ਛੇੜ ਕੇ ਦੇਖ ਲਓ, ਦੇਸ਼ ਦੇ ਵਿੱਚ ਨੰਬਰ 1 ਸੀ ਅਸੀਂ। ਜਿਹੜੇ ਐਡਮਿਨਿਸਟ੍ਰੇਟਿਵ ਦੇ ਤੌਰ ਤੇ ਜਿਹੜਾ 300 ਕਰੋੜ ਰੁਪਏ ਦੇ ਅਸੀਂ ਐਫੀਡੇਵਿਟ ਹੀ ਹਟਾਤੇ ਸੀ, ਕਿਸੇ ਦੇ ਯਾਦ ਹੀ ਨਹੀਂ ਅੱਜ, ਨਹੀਂ ਤਾਂ ਭੱਜੇ ਹੀ ਫਿਰਦੇ ਰਹਿੰਦੇ ਸੀਗੇ। 10 ਰੁਪਏ ਦਾ ਸਟਾਂਪ ਲੈਣਾ ਹੁੰਦਾ ਸੀਗਾ, 20 ਰੁਪਏ ਉੱਤੇ ਲੈ ਲੈਂਦੇ ਸੀਗੇ। ਫਿਰ ਇਸ ਕਰਕੇ ਬਹੁਤ ਸਾਰੇ ਕੰਮ ਅਸੀਂ ਕੀਤੇ ਹੈ। ਔਰ ਅੱਜ ਲੋਕ ਜਦੋਂ ਕੰਪੈਰੀਜ਼ਨ ਕਰਦੇ ਆ ਕਿ ਯਾਰ ਇਹਨਾਂ ਨੂੰ ਬਦਲ ਕੇ ਕਾਂਗਰਸ ਲਿਆਂਦੀ ਸੀ ਤੇ ਕਾਂਗਰਸ ਨੇ ਉਦੋਂ ਸਗੋਂ ਦੀ ਭੱਠਾ ਬਿਠਾਤਾ, ਤੇ ਉਹਨਾਂ ਨੂੰ ਬਦਲ ਕੇ ਆਮ ਆਦਮੀ ਪਾਰਟੀ ਲਿਆਂਦੀ ਸੀ ਤੇ ਅੱਜ ਇਹ ਸਵਾ ਗੁਣਾ ਭੱਠਾ ਬੈਠੀ ਜਾਂਦਾ। ਅੱਜ ਮੈਂ ਪੁੱਛਣਾ ਚਾਹੁੰਦਾ ਕਿ ਰੇਤੇ ਦੇ ਰੇਟ ਕੀ ਹੈ, ਤੁਸੀਂ ਪਤਾ ਕਰ ਲਿਓ ਨਾ। ਸਾਡੇ ਨਾਲੋਂ 5 ਗੁਣਾ ਰੇਟ ਹੈ। ਅੱਜ ਬਜਰੀ ਦੇ ਰੇਟ ਕੀ ਹੈ, ਸਾਡੇ ਨਾਲੋਂ 5 ਗੁਣਾ ਰੇਟ ਹੈ। ਰਾਤ ਨੂੰ ਬਹੁਤ ਨਿਕਲਦਾ, ਕਦੇ ਮਾੜਾ ਜਿਹਾ ਕੈਮਰਾ ਬਾਹਰ ਲੈ ਕੇ ਨਿਕਲੋਂ ਤਾਂ ਪਤਾ ਲੱਗ ਜਾਊਗਾ। ਤਾਂ ਇਸ ਕਰਕੇ ਜਿਹੜਾ ਵੀ ਸਾਡੇ ਤੇ ਕੋਈ ਇਲਜ਼ਾਮਾਤ ਲਾਏ ਉਹ ਬਿਲਕੁਲ ਝੂਠੇ ਸਾਬਤ ਹੋਏ। ਔਰ ਅੱਜ ਦੀ ਦਿਹਾੜੀ ਜਿਹੜਾ ਹੈਗਾ ਉਦੋਂ ਉਲਟ ਹੋ ਰਿਹਾ ਜੋ ਗਰੰਟੀਆਂ ਦੇ ਕੇ ਆਏ ਸੀ। ਇਸ ਕਰਕੇ ਉਮੀਦ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇਹ ਭਾਵੇਂ ਸਮਾਂ ਥੋੜ੍ਹਾ ਹੈ, ਜਲੰਧਰ ਇਲੈਕਸ਼ਨ 'ਚ ਵੀ ਤਕੜਾ ਹੋ ਕੇ ਨਿਕਲੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਬੂਤੀ ਨਾਲ ਅੱਗੇ ਵਧਾਂਗੇ। ਜਿਸ ਤਰੀਕੇ ਨਾਲ ਬਾਰਡਰ ਸਟੇਟ ਆ ਹੁਣ ਪੰਜਾਬ, ਅਸੀਂ ਖੇਡਾਂ ਖੇਡ ਰਹੇ ਹਾਂ, ਇਸ ਨੂੰ ਲੈ ਕੇ ਪਾਰਟੀਆਂ ਵੀ ਖੇਡਾਂ ਖੇਡ ਰਹੀਆਂ। ਖਤਰਨਾਕ ਆਮ ਲੋਕਾਂ ਲਈ ਨਹੀਂ, ਕਿਉਂਕਿ ਨੁਕਸਾਨ ਤਾਂ ਸਾਡੇ ਆਮ ਲੋਕਾਂ ਦਾ ਹੀ ਹੋਣਾ ਸੀ। ਕਿਸ ਗੱਲ ਦੀਆਂ ਖੇਡਾਂ ਖੇਡ ਰਹੀਆਂ? ਇਸ ਤਰੀਕੇ ਨਾਲ ਜਿਹੜਾ ਆ ਕੇਂਦਰ ਆਪਣੀ ਮਜ਼ਬੂਤੀ ਤੇ ਲੱਗਿਆ ਹੋਇਆ, ਹੁਣ ਆਮ ਆਦਮੀ ਪਾਰਟੀ ਆਪਣੀ ਮਜ਼ਬੂਤੀ ਤੇ ਲੱਗ ਗਈ ਹੈ। ਜਾਂ ਇਹ ਕਹੀਏ ਕਿ ਬਾਰਡਰ ਸਟੇਟ ਦੇ ਹੋਣ ਦੇ ਨਾਤੇ ਹਥਿਆਰ ਵੀ ਆਉਂਦੇ ਆ, ਨਸ਼ਾ ਵੀ ਆਉਂਦਾ, ਆਮ ਲੋਕਾਂ ਲਈ ਤਾਂ ਖਤਰਾ ਹੈ ਨਾ ਵੱਡਾ। ਦੇਖੋ, ਇਹ ਮੈਂ ਤਾਂ ਬਿਆਨ ਕਰ ਹੀ ਰਿਹਾ, ਪਰ ਜਿਹੜੇ ਸਾਨੂੰ ਭੰਡ ਕੇ ਆਪਣੇ ਆਪ ਨੂੰ ਮੂਹਰੇ ਲੈ ਕੇ ਆਏ, ਭਾਵੇਂ ਕਾਂਗਰਸੀ ਹੋਣ, ਭਾਵੇਂ ਆਮ ਆਦਮੀ ਪਾਰਟੀ ਹੋਵੇ ਤੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ, ਇਹਨਾਂ ਤਿੰਨਾਂ ਦੇ ਰਿਜ਼ਲਟ ਕੀ ਹੈ ਨਾ। ਇਹ ਤਾਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਲੋਕਾਂ ਨੂੰ ਦਿਖਾਓ ਤਾਂ ਸਹੀ ਨਾ ਵੀ ਤਿੰਨੋਂ ਪਾਰਟੀਆਂ ਜਿਹੜੀਆਂ, ਮੰਨ ਲਓ ਪਿਛਲੇ ਵਾਰੀ ਕਾਂਗਰਸ ਰਾਜ ਭਾਗ ਕਰ ਗਈ, ਹੁਣ ਆਮ ਆਦਮੀ ਪਾਰਟੀ ਹੈ ਔਰ ਦਿੱਲੀ ਦੇ ਵਿੱਚ ਬੀਜੇਪੀ ਹੈ, ਤੇ ਤਿੰਨਾਂ ਦੀ ਕਾਰਜਕਾਰੀ ਕੀ ਹੈ ਤੁਹਾਡੇ ਸਾਹਮਣੇ ਹੀ ਹੈ ਨਾ। ਤੇ ਜੇ ਤਿੰਨਾਂ ਦੀ ਕਾਰਜਕਾਰੀ ਸਾਡੇ ਨਾਲੋਂ ਵੀ ਬਦ ਤੋਂ ਬਦਤਰ ਕੀਤੀ ਹੈ, ਜੇ ਸਾਡੇ ਵੇਲੇ ਮਾੜਾ ਸੀ ਤੇ ਮਹਾ ਮਾੜਾ ਕਰਤਾ, ਤੇ ਫਿਰ ਸਾਡੀ ਤਾਂ ਉਲਟਾ ਚੰਗੀ ਸੀ ਨਾ। ਇਹਨੂੰ ਅਸੀਂ ਬਚਾਉਣਾ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਖੇਤਰੀ ਪਾਰਟੀ ਹੈ ਜਿਹੜੀ ਹੈ ਬਿਹਤਰ ਰਿਜ਼ਲਟ ਦੇ ਸਕਦੀ। ਦੇਖੋ, ਜਿੱਥੇ ਕਈ ਮੁੱਦੇ ਹੁੰਦੇ ਆ ਜਿੱਥੇ ਸਾਰਿਆਂ ਨੂੰ ਰਲ ਕੇ ਲੜਾਈ ਲੜਨੀ ਪੈਣੀ, ਜਿਵੇਂ ਮੈਂ ਕਿਹਾ ਕਿ ਬੰਦੀ ਸਿੰਘਾਂ ਵਾਲੀ ਸਾਰਿਆਂ ਨੂੰ ਰਲ ਕੇ ਲੜਾਈ ਚੱਲਣੀ ਚਾਹੀਦੀ। ਨਸ਼ਿਆਂ ਵਾਲੀ ਹੈ ਜਿੱਥੇ ਸਰਕਾਰਾਂ ਨੂੰ ਆਪਣੇ ਬਣਦੇ ਕੰਮ ਕਰਨੇ ਚਾਹੀਦੇ ਆ, ਸਮਾਜ ਨੂੰ ਰਲ ਕੇ ਕਰਨੇ ਚਾਹੀਦੇ ਆ। ਪਰ ਰਲ ਕੇ ਬਣਾਉਣ ਤੇ ਜੋੜਨ ਦੇ ਲਈ ਇਹਦੇ 'ਚ ਮੌਜੂਦਾ ਸਰਕਾਰ ਦਾ ਕਾਰਜਕਾਰੀ ਹੁੰਦੀ ਹੈ। ਜੇ ਮੁੱਖ ਮੰਤਰੀ ਸਾਹਿਬ ਆਪ ਕਿਸੇ ਪਾਰਟੀਆਂ ਨਾਲ ਨਹੀਂ ਬੈਠ ਸਕਦੇ ਤੇ ਅਫਸਰਾਂ ਨੂੰ ਕਹਿ ਸਕਦੇ ਆ ਵੀ ਭਾਈ ਰਾਏ ਸਲਾਹ ਲਓ, ਇਸ ਚੀਜ਼ ਨੂੰ ਆਪਾਂ ਕਿਵੇਂ ਮਤਲਬ ਠੀਕ ਕਰੀਏ। ਉਹ ਤਾਂ ਕਹਿੰਦੇ ਇਹਨਾਂ ਨੇ ਤਾਂ ਖਰਾਬ ਕੀਤਾ, ਅਸੀਂ ਠੀਕ ਕਰ ਰਹੇ ਹਾਂ। ਪਤਾ ਲੱਗ ਜਾਊਗਾ ਨਾ ਕਿੰਨਾ ਠੀਕ ਕਰ ਰਹੇ ਆ। ਪਹਿਲਾਂ ਸੰਗਰੂਰ ਵਾਲਿਆਂ ਨੇ ਦੱਸਤਾ ਕਿੰਨਾ ਠੀਕ ਹੋਇਆ, ਹੁਣ ਜਲੰਧਰ ਵਾਲੇ ਦੱਸ ਦੇਣਗੇ ਕਿੰਨਾ ਠੀਕ ਹੋਇਆ। ਰਹਿੰਦਾ ਖੁੰਦਾ 2024 'ਚ ਪਤਾ ਲੱਗ ਜੂ ਕਿੰਨਾ ਠੀਕ ਹੋਇਆ। ਇਹ ਤਾਂ ਸਾਡੇ ਜਾਂ ਉਹਨਾਂ ਦੇ ਕਹਿਣ ਨਾਲ ਤਾਂ ਲੋਕਾਂ ਨੇ ਮੰਨਣਾ ਨਹੀਂ, ਮੰਨਣਾ ਤਾਂ ਧਰਤੀ ਤੇ ਕੀ ਹੋਇਆ ਇਹੀ ਫੇਰ ਹੀ ਪਤਾ ਲੱਗੂਗਾ। ਬੜੀਆਂ ਸਟੇਜੀਆਂ ਤੇ ਤਿੱਖੀਆਂ ਗੱਲਾਂ ਰਹੀਆਂ ਤੁਹਾਡੇ ਨਾਲ, ਜਿਹੜੀ ਡਿਸਕਸ਼ਨ ਰਹੀ ਹੈ। ਬਹੁਤ ਧੰਨਵਾਦ ਤੁਹਾਡਾ, ਕਿਉਂਕਿ ਜ਼ਰੂਰੀ ਸੀਗਾ ਜਿਹੜਾ ਮੁੱਦਾ ਬਣਿਆ ਹੋਇਆ ਸੀ 300 ਸਰੂਪਾਂ ਦਾ ਹੋਵੇ, 328 ਸਰੂਪਾਂ ਦਾ ਹੋਵੇ ਜਾਂ ਬੰਦੀ ਸਿੰਘਾਂ ਦਾ ਹੋਵੇ, ਲਗਾਤਾਰ ਅਕਾਲੀ ਦਲ ਘਿਰਦਾ ਜਾ ਰਿਹਾ ਸੀ, ਪਰ ਤੁਸੀਂ ਕਲੀਅਰ ਕੀਤਾ। ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ। ਸੋ ਸਾਡੇ ਨਾਲ ਇਹ ਸਨ ਚਰਨਜੀਤ ਬਰਾੜ ਹੋਣੀ, ਜਿਹੜੇ ਚਰਚਾ ਕਰ ਰਹੇ ਸੀਗੇ ਤਮਾਮ ਮੁੱਦਿਆਂ ਨੂੰ ਲੈ ਕੇ, ਜਿੱਥੇ ਅਕਾਲੀ ਦਲ ਨੂੰ ਲਗਾਤਾਰ ਘੇਰਿਆ ਜਾਂਦਾ ਹੈ, ਚਾਹੇ ਉਹ ਬੰਦੀ ਸਿੰਘਾਂ ਦਾ ਮੋਰਚਾ ਹੋਵੇ ਤਾਂ ਆਮ ਵਿਰੋਧੀ ਧਿਰ ਹੋਣ। ਪਰ ਚਰਨਜੀਤ ਬਰਾੜ ਨੇ ਬੜੀ ਬੇਬਾਕੀ ਨਾਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ, ਇੱਥੋਂ ਤੱਕ ਕਿ ਮੀਡੀਆ ਦੇ ਉਹਨਾਂ ਸਾਥੀਆਂ ਨੂੰ ਵੀ ਜਿਹੜਾ ਸੁਚੇਤ ਕੀਤਾ ਆ ਕਿ ਜਿਹੜੇ ਲਗਾਤਾਰ ਪ੍ਰੋਪਾਗੈਂਡਾ ਕਰਦੇ ਨੇ, ਪ੍ਰੋਪਾਗੈਂਡਾ ਕਰਨ ਦੀ ਬਜਾਏ ਰਿਐਲਿਟੀ ਹੈ ਜਿਹੜੀ ਉਸ ਉੱਤੇ ਗੱਲਬਾਤ ਕਰਨ। ਸੋ ਹੁਣ ਤੁਸੀਂ ਦੇਖਦੇ ਹੋ ਟੀਵੀ ਪੰਜਾਬ, ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਆਸ਼ਕ।